ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵਾ, ਹਿਰਦੈ ਧਿਆਵਾ। ਸ੍ਰੀ ਗੁਰੂ ਰਾਮਦਾਸ ਗੁਣ ਗਾਵਾ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਭੀਸਾਲਾ। ਧਰਮ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਉ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਓਦਲ, ਬੰਦਉ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਉਪਈ। ਸੁਨ ਕਰ ਆਗਮ ਕਿਰਪਾਨ ਕੀਤਾ, ਸੋ ਆਵਾ ਲੈਨੇ ਕੇ ਹੇਤਾ। ਪਦ ਅਰਬਿੰਦ ਸੋ ਬੰਧਨ ਕੀਨਾ, ਬਿਨੈ ਭਨੀ ਬਹੁ ਹੋਇਓ ਦੀਨਾ। ਸੁਨ ਕਰ ਆਗਮ ਕਿਰਪਾ ਨਿਕੇਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਗੁਰੂ ਗਰੀਬ ਨਵਾਜ, ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਮਹਾਨ ਕਿਰਪਾ ਦੇ ਸਦਕਾ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਵਿਖੇ ਆਪਾਂ ਸਾਰੇ ਹੀ ਸ਼ਾਮਾਂ ਦੇ ਦੀਵਾਨਾਂ ਵਿਖੇ ਸਤਿਗੁਰਾਂ ਦੇ ਅੰਮ੍ਰਿਤਮਈ ਦਰਸ਼ਨ ਦੀਦਾਰ ਕਰ ਰਹੇ ਹਾਂ।
ਸਤਿਗੁਰਾਂ ਦੇ ਅੰਮ੍ਰਿਤਮਈ ਦੀਵਾਨ ਸਜੇ। ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀ ਕਥਾ ਵਾਰਤਾ ਦਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸੋ ਆਓ ਗੁਰੂ ਕੇ ਸਿੱਖੋ, ਜਿਤਨੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਨੇ, ਜਿਤਨੇ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਤੀ ਸ਼ਰਧਾ ਰੱਖਣ ਵਾਲੇ, ਜਿਤਨੇ ਮਾਈ ਭਾਈ ਗੁਰੂ ਕੇ ਸਿੱਖ ਨੇ, ਬੱਚੇ ਬਾਲ ਬਿਰਧ ਜਿਤਨੇ ਵੀ ਹੈ, ਆਓ ਸਤਿਗੁਰਾਂ ਦੇ ਅੰਮ੍ਰਿਤਮਈ ਇਤਿਹਾਸ ਨੂੰ ਸ਼ਰਵਣ ਕਰੀਏ, ਤਾਂ ਕਿ ਸਾਡਾ ਵੀ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਲੋਕ ਪਰਲੋਕ ਵਿੱਚ ਸਾਡੀ ਲਾਜ ਰੱਖਣ, ਸਾਡੀ ਪੈਜ ਰੱਖਣ। ਜਿਵੇਂ ਅਸੀਂ ਪਿਛਲੇ ਦੀਵਾਨਾਂ ਵਿੱਚ ਸਤਿਗੁਰੂ ਜੀ ਦੇ ਕੌਤਕਾਂ ਨੂੰ ਸ਼ਰਵਣ ਕਰ ਰਹੇ ਸੀ ਕਿ ਦੀਨ ਦੁਨੀਆ ਦੇ ਵਾਲੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਵਣਜਾਰਿਆਂ ਦੇ ਨਗਰ ਵਿਖੇ ਗਏ, ਉੱਥੋਂ ਦੇ ਮੁਖੀਏ ਦੇ ਘਰ ਕਦੇ ਕੋਈ ਔਲਾਦ ਨਹੀਂ ਸੀ ਪਹਿਲੇ। ਅੱਜ ਉਹਦੇ ਘਰ ਔਲਾਦ ਹੋਈ ਸੀ। ਇਸ ਖੁਸ਼ੀ ਵਿੱਚ ਬਹੁਤ ਜ਼ਿਆਦਾ ਸ਼ਰਾਬਾਂ ਕਬਾਬਾਂ ਦੇ ਦੌਰ ਚੱਲੇ, ਮਾਸ ਇਤਿਆਦਿ ਬਹੁਤ ਤਰ੍ਹਾਂ ਤਰ੍ਹਾਂ ਦੇ ਦੁਰਾਚਾਰ ਉਹ ਕਰਨ ਲੱਗੇ। ਵਿਪਰੀਤ ਬੁੱਧੀ ਹੋਣੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਨਾ ਜਾਣਿਆ ਹੀ ਨਾ। ਖੁਸ਼ੀ ਵਿੱਚ ਇੰਨੇ ਮਸਤ ਹੋਏ ਕਿ ਸਤਿਗੁਰੂ ਕੋਲ ਬੈਠੇ ਰਹੇ, ਪਰ ਉਹਨਾਂ ਨੇ ਸ਼ਰਮ ਨਾ ਕੀਤੀ ਥੋੜ੍ਹੀ ਬਹੁਤ ਵੀ, ਆਪਣੇ ਰੰਗਾਂ ਵਿੱਚ ਰਾਜੀ ਰਹੇ। ਕੋਲ ਬੈਠਾ ਮਰਦਾਨਾ ਸਤਿਗੁਰਾਂ ਨੂੰ ਵਾਰ-ਵਾਰ ਕਹਿੰਦਾ ਪਿਆ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਸਾਡਾ ਕੋਈ ਸਤਿਕਾਰ ਨਾ ਕਰੇ, ਅਦਬ ਨਾ ਕਰੇ, ਅਸੀਂ ਸਹਾਰ ਲਵਾਂਗੇ, ਪਰ ਇਹ ਮਹਾਰਾਜ ਤੁਹਾਡਾ ਸਤਿਕਾਰ ਨਾ ਕੋਈ ਕਰੇ, ਮਹਾਰਾਜ ਸਾਥੋਂ ਜਰਿਆ ਨਹੀਂ ਜਾਂਦਾ ਹੈ। ਮਹਾਰਾਜ ਕਿਹੋ ਜਿਹੇ ਦੁਸ਼ਟ ਨੇ ਇਹ ਲੋਕ, ਇਹਨਾਂ ਨੂੰ ਤਾਂ ਚਾਹੀਦਾ ਸੀ ਸਗੋਂ ਉਸ ਬੱਚੇ ਨੂੰ ਤੁਹਾਡੇ ਕੋਲੋਂ ਆਸ਼ੀਰਵਾਦ ਦਿਵਾਉਂਦੇ, ਪਰ ਇਹ ਮਹਾਰਾਜ ਉਲਟੀ ਰੀਤੀ ਨਿਭਾ ਰਹੇ ਨੇ, ਤੁਹਾਡੀ ਸਾਰ ਹੀ ਨਹੀਂ ਜਾਣੀ ਇਹਨਾਂ ਨੇ। ਮਹਾਰਾਜ ਕੀ ਕਾਰਨ ਹੈ? ਅਤੇ ਸਤਿਗੁਰੂ ਜੀ ਨੇ ਕਿਹਾ ਕਿ ਜਿਹੜਾ ਬੱਚਾ ਇਹਨਾਂ ਘਰ ਜਨਮਿਆ ਹੈ ਨਾ, ਇਹ ਕੁਝ ਦਿਨਾਂ ਦਾ ਮਹਿਮਾਨ ਹੈ, ਅੱਜ ਆਇਆ ਹੈ, ਕੱਲ੍ਹ ਨੂੰ ਉਹ ਸਵੇਰ ਹੁੰਦਿਆਂ ਸਾਰ ਆਪਦਾ ਸਰੀਰ ਤਿਆਗ ਦੇਵੇਗਾ, ਫਿਰ ਇਹਨਾਂ ਘਰ ਵਿੱਚ ਸੋਗ ਪੈ ਜਾਵੇਗਾ। ਇਸੇ ਤਰ੍ਹਾਂ ਹੋਇਆ, ਉਹ ਬੱਚਾ ਅਗਲੇ ਦਿਨ ਚੜ੍ਹਾਈ ਕਰ ਗਿਆ। ਫਿਰ ਰੋਂਦੇ ਹੋਏ ਉਹਨਾਂ ਨੇ ਬਹੁਤ ਜ਼ਿਆਦਾ ਵਿਯੋਗ ਕੀਤਾ। ਸਮਝ ਨਹੀਂ ਸੀ ਪੈ ਰਹੀ ਕਿ ਕੀ ਕੀਤਾ ਜਾਏ, ਕਿਉਂਕਿ ਜਦੋਂ ਬਹੁਤੀਆਂ ਖੁਸ਼ੀਆਂ ਖੇੜੀਆਂ ਮਨਾਏ ਜਾਣ, ਇੱਕੋ ਵਾਰ ਦੁੱਖ ਆ ਜਾਏ, ਫਿਰ ਸਹਾਰ ਨਹੀਂ ਹੁੰਦਾ। ਸੋਚਦੇ ਪਏ ਹੈ ਕੀ ਕੀਤਾ ਜਾਏ, ਕਿਹਦੇ ਕੋਲ ਜਾਇਆ ਜਾਏ, ਕਿਉਂਕਿ ਇਸ ਰੋਗ ਦਾ ਤਾਂ ਕੋਈ ਵੈਦ ਵੀ ਨਹੀਂ ਇਲਾਜ ਕਰ ਸਕਦਾ। ਵੈਦ ਦਵਾ ਦੇ ਸਕਦਾ ਹੈ ਰੋਗ ਦਾ, ਪਰ ਜਿਹੜਾ ਸਰੀਰ ਹੀ ਛੁੱਟ ਗਿਆ ਹੈ ਉਸ ਦੇ ਵਾਸਤੇ ਦਵਾਈ ਕੋਈ ਕੰਮ ਨਹੀਂ ਕਰਦੀ ਹੈ। ਫਿਰ ਸਿਆਣਿਆਂ ਨੇ ਆਖਿਆ, ਕਹਿਣ ਲੱਗੇ ਜਿਹੜੇ ਮਹਾਂਪੁਰਸ਼ ਕੱਲ੍ਹ ਸਾਡੇ ਕੋਲ ਬੈਠੇ ਸੀ, ਅਸੀਂ ਉਹਨਾਂ ਦਾ ਖਿਆਲ ਵੀ ਨਹੀਂ ਕੀਤਾ, ਸਾਨੂੰ ਚਾਹੀਦਾ ਹੈ ਉਹਨਾਂ ਅੱਗੇ ਜਾ ਕੇ ਬੇਨਤੀਆਂ ਕਰਨੀਆਂ, ਉਹ ਸਮਰੱਥ ਹੋਣਗੇ, ਜ਼ਰੂਰ ਸਾਡੇ 'ਤੇ ਕਿਰਪਾ ਕਰਨਗੇ। ਆਏ ਨੇ ਸਤਿਗੁਰਾਂ ਦੇ ਪਾਸ ਮਰਦੇ ਹੋਏ ਬੱਚੇ ਨੂੰ ਲੈ ਕੇ। ਸਤਿਗੁਰੂ ਚਾਹੁੰਦੇ ਤੇ ਵੈਸੇ ਵੀ ਉਹਨੂੰ ਜੀਵਦਾ ਕਰ ਸਕਦੇ, ਪਰ ਇਹ ਸਤਿਗੁਰਾਂ ਦਾ ਸੁਭਾਅ ਨਹੀਂ, ਕਿਉਂਕਿ ਕਈ ਮਰਦੇ ਪਏ ਆ, ਕਈ ਜੀਵ ਰਹੇ ਆ। ਜੇ ਸਤਿਗੁਰੂ ਨੂੰ ਜਿਉਂਦਾ ਕਰ ਵੀ ਦਿੰਦੇ, ਉਹਨੇ ਫਿਰ ਵੀ ਤਾਂ ਮਰਨਾ ਸੀ। ਉਹ ਫਿਰ ਜੀਵਦਾ ਕਿਰਨਾ ਕਿਤਨਾ ਕੁ ਲਾਹੇਵੰਦ ਹੋਇਆ। ਇਸ ਵਾਸਤੇ ਸਤਿਗੁਰੂ ਜੀ ਨੇ ਇਸ ਨੂੰ ਠੀਕ ਨਾ ਸਮਝਿਆ। ਪਹਿਲੇ ਮਹਾਰਾਜ ਨੇ ਪਹਿਰਿਆਂ ਕੀ ਬਾਣੀ ਉਚਾਰੀ ਹੈ, ਜਿਸ ਵਿੱਚ ਉਹ ਮੁਰਦਾ ਦੇਹੀ ਪਰਥਾਏ ਮਹਾਰਾਜ ਨੇ 4 ਇਹ ਪੌੜੀਆਂ ਉਚਾਰੀਆਂ ਨੇ। ਚਾਰਿਆਂ ਵਿੱਚ ਵੱਖ-ਵੱਖ ਤਰ੍ਹਾਂ ਦਾ ਉਪਦੇਸ਼ ਹੈ। ਪਹਿਲੇ ਵਿੱਚ ਕਿਹਾ ਕਿ ਤੂੰ ਯਾਦ ਕਰ, ਮਾਤਾ ਦੇ ਗਰਭ ਵਿੱਚ ਜਦੋਂ ਤੂੰ ਸੜ ਰਿਹਾ ਸੀ ਜਠਰ ਅਗਨੀ ਵਿੱਚ, ਉਦੋਂ ਕੌਣ ਸੀ ਤੇਰੀ ਸਹਾਇਤਾ ਕਰਨ ਵਾਲਾ? ਯਾਦ ਕਰ ਇੱਕ ਵਾਰ, ਤੂੰ ਆਪਦੀ ਸਿਮਰਤੀ ਜਗਾ ਕੇ ਤਾਂ ਦੇਖ। ਫਿਰ ਦੇਖ ਜਦੋਂ ਤੂੰ ਬੱਚਾ ਜਦੋਂ ਮਾਂ ਦੇ ਗਰਭ ਵਿੱਚੋਂ ਬਾਹਰ ਆਇਆ ਹੈ, ਉਦੋਂ ਕੌਣ ਹੈ ਤੇਰੀ ਪ੍ਰਤੀਪਾਲਨਾ ਕਰਨ ਵਾਲਾ? ਕਿਉਂ ਮਾਂ ਬਾਪ ਤਾਂ ਤੈਨੂੰ ਜਾਣਦੇ ਨਹੀਂ ਸੀ ਪਹਿਲੇ, ਉਹ ਅੱਜ ਹੀ ਉਹਨਾਂ ਦਾ ਤੇਰੇ ਨਾਲ ਮਿਲਾਪ ਹੋਇਆ ਹੈ ਅਤੇ ਅੱਜ ਹੀ ਤੈਨੂੰ ਲਾਡ ਲਡਾ ਰਹੇ ਨੇ। ਕੀ ਕਾਰਨ ਹੋਇਆ? ਉਹ ਵਾਹਿਗੁਰੂ ਨੇ ਉਹਨਾਂ ਵਿੱਚ ਮੋਹ ਪਾ ਦਿੱਤਾ। ਪਰ ਤੈਨੂੰ ਚਾਹੀਦਾ ਸੀ ਸੱਚੇ ਪਾਤਸ਼ਾਹ ਨੂੰ ਯਾਦ ਕਰਨਾ ਕਿ ਮਹਾਰਾਜ ਜੇਕਰ ਤੁਸੀਂ ਮਾਂ ਦੇ ਗਰਭ ਵਿੱਚ ਮੇਰੀ ਰੱਖਿਆ ਕੀਤੀ ਹੈ, ਹੁਣ ਵੀ ਰੱਖਿਆ ਕਰਦੇ ਪਏ ਹੋ, ਮਾਂ ਬਾਪ ਦੇ ਵਿੱਚ ਵਸ ਕੇ ਆਪ ਹੀ ਪ੍ਰਤੀਪਾਲਨਾ ਕਰਾ ਰਹੇ ਹੋ। ਅੱਜ ਜਵਾਨ ਹੋ ਗਿਆ ਹੈ, ਹੁਣ ਜਵਾਨੀ ਦੇ ਨਾਲ ਤੇਰੇ ਰਿਸ਼ਤੇਦਾਰ ਸੰਬੰਧੀ
तेरे भरा भैन तेरे संबंधी मित्र जुटे ने, ये कौन ਹਨ? ਇਹ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਵਿੱਚ ਵਰਤ ਰਿਹਾ ਹੈ, ਤੇਰੀ ਹਰ ਵਕਤ ਸਹਾਇਤਾ ਪਿਆ ਕਰਦਾ ਹੈ, ਪਰ ਤੂੰ ਯਾਦ ਨਹੀਂ ਕਰਦਾ ਹੈ। ਤੂੰ ਆਪ ਦੇ ਮਾਣ ਵਿੱਚ, ਜੋਬਨ ਦੇ ਵਿੱਚ ਮਸਤ ਹੋਇਆ ਹੈ। ਜੋਬਨ ਦਾ ਮਾਣ ਹੈ ਤੈਨੂੰ, ਮੈਂ ਜਵਾਨੀ ਵਿੱਚ ਹਾਂ। ਜਵਾਨੀ ਦਾ ਨਸ਼ਾ ਵੀ ਇੱਕ ਬੜਾ ਭਿਆਨਕ ਹੁੰਦਾ ਹੈ। ਕਹਿਣ ਲੱਗੇ ਕਿ ਤੂੰ ਜਵਾਨੀ ਦੇ ਮਸਤ ਇਸ ਰੰਗ ਵਿੱਚ ਮਲੀਨ ਹੋ ਗਿਆ, ਫਿਰ ਬੁਢੇਪੇ ਵਿੱਚ ਵੀ ਤੂੰ ਯਾਦ ਨਾ ਕੀਤਾ, ਫਿਰ ਵੀ ਤੂੰ ਅੱਗੇ ਅੱਗੇ ਟਾਲਦਾ ਰਿਹਾ। ਕੱਲ੍ਹ ਸਹੀ ਪਰਸੋਂ ਸਹੀ, ਇੱਦਾਂ ਕਰਕੇ ਸਾਰੀ ਜ਼ਿੰਦਗੀ ਇਆਂ ਹੀ ਗਵਾ ਲਈ ਹੈ। ਫਿਰ ਚੱਲੇ ਜਵਾਰੀ ਦੋਵੇਂ ਹੱਥ ਚਾਰ। ਫਿਰ ਜਿਵੇਂ ਜਵਾਰੀ ਹੁੰਦੇ ਆ ਨਾ ਜੂਆ ਖੇਡਣ ਵਾਲੇ, ਉਹ ਜਦੋਂ ਛੱਟਾ ਲਾਉਂਦੇ ਅਤੇ ਹਾਰ ਜਾਂਦੇ ਆ, ਫਿਰ ਸ਼ਰਮਿੰਦੇ ਹੋ ਕੇ ਹੱਥ ਝਾੜ ਕੇ ਜਾਂਦੇ ਆ। ਇਸ ਤਰ੍ਹਾਂ ਤੂੰ ਆਪਦਾ ਮਨੁੱਖਾ ਜਨਮ ਇਆਂ ਹੀ ਗਵਾ ਲਿਆ ਹੈ। ਪਸ਼ੂ ਦੇ ਸਮਾਨ, ਜਿਵੇਂ ਪਸ਼ੂ ਘਾਸ ਛਕਦੇ ਆ, ਫਿਰ ਸੌਂ ਜਾਂਦੇ ਆ, ਥੋੜ੍ਹਾ ਬਹੁਤ ਆਪ ਦਾ ਰਿੰਗ ਵੀ ਲੈਂਦੇ ਆ, ਪਰ ਹੋਰ ਉਹਨਾਂ ਦਾ ਕੋਈ ਕਰਮ ਨਹੀਂ। ਇਹ ਤੇਰਾ ਸੁਭਾਅ ਬਣਿਆ ਹੈ, ਖਾ ਲਿਆ ਪੀ ਲਿਆ ਸੌਂ ਲਿਆ। ਇਸ ਤੋਂ ਇਲਾਵਾ ਤੂੰ ਸਮਝਿਆ ਕੁਛ ਨਾ ਆਪਣੇ ਜੀਵਨ ਨੂੰ। ਤੂੰ ਕਦੇ ਵਿਚਾਰ ਨਹੀਂ ਕੀਤੀ ਆਪਣੇ ਬਾਰੇ ਵੀ ਮੈਂ ਕੌਣ ਹਾਂ। ਇਹ ਤੁਸੀਂ ਸੁਣਿਆ ਹੋਏਗਾ ਭਗਤ ਸਿੰਘ, ਜਿਸ ਨੂੰ ਸ਼ਹੀਦ ਭਗਤ ਸਿੰਘ ਆਪਾਂ ਕਹਿੰਦੇ ਹਾਂ, ਇਸ ਨੂੰ ਬੁਰੀ ਸੰਗਤ ਹੋਣੇ ਕਰਕੇ ਅਤੇ ਇਹ ਨਾਸਤਿਕ ਹੋ ਗਿਆ ਸੀ। ਇਸ ਨੂੰ ਕਾਮਰੇਡੀਆਂ ਦੀ ਇਹੋ ਜਿਹੀ ਸੰਗਤ ਨੇ ਪ੍ਰਭਾਵਿਤ ਕੀਤਾ ਸੀ ਕਿ ਕਹਿੰਦਾ ਸੀ ਰੱਬ ਹੈ ਹੀ ਨਹੀਂ। ਫਿਰ ਜਦੋਂ ਜੇਲ੍ਹ ਵਿੱਚ ਇਹੋ ਗੱਲ ਮੰਨਦਾ ਸੀ ਵੀ ਰੱਬ ਨਹੀਂ ਹੈ, ਇਹਨੂੰ ਮਾਣ ਹੋ ਗਿਆ ਕਿ ਰੱਬ ਤਾਂ ਹੈ ਨਹੀਂ ਹੈ, ਪਰ ਵਿੱਚੋਂ ਵਿੱਚ ਝੂਰਦਾ ਵੀ ਸੀ ਕਿ ਮੈਂ ਮਾਰਿਆ ਜਾਵਾਂਗਾ, ਸਜ਼ਾ ਹੋਏਗੀ ਮੈਨੂੰ ਮੌਤ ਦੀ। ਫਿਰ ਇੱਕ ਦਿਨ ਭਾਈ ਰਣਧੀਰ ਸਿੰਘ ਜੀ ਹੋਏ ਹੈ, ਅਖੰਡ ਕੀਰਤਨੀਆਂ ਦੇ ਬਾਨੀ ਹੋਏ ਹੈ। ਜਿਹੜਾ ਅਖੰਡ ਕੀਰਤਨੀ ਜਥਾ ਹੈ ਨਾ, ਇਹਦੇ ਬਾਨੀ ਹੋਏ ਆ ਭਾਈ ਰਣਧੀਰ ਸਿੰਘ ਜੀ, ਬੜੇ ਗੁਰਮੁਖ ਰੂਹ ਸੀ। ਉਹ ਵੀ ਉਹਨਾਂ ਦਿਨਾਂ ਵਿੱਚ ਜੇਲ੍ਹ ਵਿੱਚ ਸੀ। ਅਤੇ ਭਗਤ ਸਿੰਘ ਜੀ ਨੇ ਪਹਿਲੇ ਵੀ ਕਈ ਵਾਰ ਜੇਲਰ ਨੂੰ ਚਿੱਠੀ ਪਾਈ ਸੀ ਕਿ ਮੇਰਾ ਉਹਨਾਂ ਨਾਲ ਮਿਲਾਪ ਕਰਾਓ ਕਿਤੇ ਨਾ ਕਿਤੇ, ਕਿਉਂਕਿ ਭਾਵੇਂ ਹੈ ਨਾਸਤਿਕ ਬਿਰਤੀ ਸੀ, ਪਰ ਵੱਡੇ ਕਰਕੇ ਸਤਿਕਾਰ ਅਤੇ ਮਨ ਵਿੱਚ ਹੈ ਸੀ ਪੂਰਾ। ਜੇਲਰ ਨੂੰ ਚਿੱਠੀ ਪਾਈ, 2 ਸਾਲ ਤੱਕ ਮਿਲਾਪ ਨਾ ਹੋ ਸਕਿਆ। ਭਾਈ ਰਣਧੀਰ ਸਿੰਘ ਦੀ ਜਦੋਂ ਛੁੱਟੀ ਸੀ ਨਾ ਹੋਣ ਲੱਗੀ, ਜਦੋਂ ਜੇਲ੍ਹ 'ਚੋਂ ਆਉਣ ਲੱਗੇ ਬਾਹਰ, ਫਿਰ ਉਹਨਾਂ ਨੇ ਜੇਲਰ ਨੂੰ ਆਖਿਆ ਕਿ ਮੈਨੂੰ ਭਗਤ ਸਿੰਘ ਨਾਲ ਇੱਕ ਵਾਰੀ ਮਿਲਾ ਦਿਓ। 2 ਘੰਟੇ ਦੀ ਮੀਟਿੰਗ ਹੋਈ ਹੈ। ਉਹ 2 ਘੰਟਿਆਂ ਦੇ ਵਿੱਚ ਪਹਿਲੇ ਤਾਂ ਭਗਤ ਸਿੰਘ ਨੇ ਕਿਹਾ, ਕਹਿਣ ਲੱਗਾ ਮੈਂ ਵਿਚਾਰ ਕਰਦਾ ਹਾਂ ਕਿ ਜਿਹੜੇ ਮੇਰੇ ਨਾਲ ਪੁਰਾਣੇ ਸ਼ਹੀਦ ਹੋਏ ਆ, ਜਿਵੇਂ ਕਰਤਾਰ ਸਿੰਘ ਸਰਾਭਾ ਹੋ ਗਿਆ ਜਾਂ ਸ਼ਹੀਦ ਊਧਮ ਸਿੰਘ ਹੋ ਗਏ, ਉਹਨਾਂ ਦੀ ਕੁਰਬਾਨੀ ਮੇਰੇ ਨਾਲੋਂ ਬੜੀ ਵੱਡੀ ਹੈ। ਮੈਂ ਉਹਨਾਂ ਦੇ ਮੁਕਾਬਲੇ ਮੇਰੀ ਕੁਰਬਾਨੀ ਕੁਛ ਵੀ ਨਹੀਂ ਹੈ। ਪਰ ਮੈਂ ਇਹ ਗੱਲ ਦੇਖਦਾ ਹਾਂ ਕਿ ਉਹਨਾਂ ਨੇ ਰੋਮ ਆਪਦੇ ਸਾਬਤ ਰੱਖੇ ਸੀ, ਇਸ ਕਰਕੇ ਉਹਨਾਂ ਨੂੰ ਹਿੰਦੁਸਤਾਨ ਨੇ ਪ੍ਰਸਿੱਧ ਨਾ ਕੀਤਾ, ਉਹਨਾਂ ਦੀ ਮਸ਼ਹੂਰੀ ਨਾ ਕੀਤੀ ਹੈ। ਪਰ ਮੈਂ ਆਪ ਦੀ ਸਿੱਖੀ ਤੋਂ ਪਤਿਤ ਹੋ ਕੇ ਹਿੰਦੁਸਤਾਨ ਵਿੱਚ ਆਪਣਾ ਨਾਮ ਕਮਾ ਲਿਆ ਹੈ। ਅਤੇ ਭਾਈ ਰਣਧੀਰ ਸਿੰਘ ਜੀ ਕਹਿੰਦੇ ਬਸ ਇੰਨੀ ਕੁ ਗੱਲ ਪਿੱਛੇ ਆਪਦੀ ਸਿੱਖੀ ਛੱਡ ਦਿੱਤੀ, ਇੰਨੀ ਕੁ ਗੱਲ ਪਿੱਛੇ ਵਡਿਆਈ ਖਾਤਰ, ਪ੍ਰਭੁਤਾ ਖਾਤਰ ਆਪਦੀ ਸਿੱਖੀ ਤਿਆਗ ਦਿੱਤੀ, ਇਹ ਕੋਈ ਚੰਗੀ ਨਹੀਂ ਤੇਰੇ ਵਾਸਤੇ ਗੱਲ। ਕਹਿੰਦਾ ਫਿਰ ਮੈਂ ਕੀ ਕਰਦਾ, ਸਾਰਾ ਦੇਸ਼ ਸਿੱਖੀ ਦੇ ਵਿਰੁੱਧ ਹੈ, ਫਿਰ ਮੇਰੇ ਕੋਲ ਹੋਰ ਕੁਛ ਹੈ ਨਹੀਂ ਸੀ। ਫਿਰ ਉਹਨਾਂ ਨੇ ਆਖਿਆ ਤੂੰ ਮੰਨਦਾ ਹੈ ਰੱਬ ਨੂੰ? ਕਹਿਣ ਲੱਗਾ ਮਾਫ਼ ਕਰਨਾ, ਮੈਂ ਰੱਬ ਨੂੰ ਮੰਨਦਾ ਨਹੀਂ ਹਾਂ। ਫਿਰ ਉਹਨਾਂ ਇੱਕੋ ਗੱਲ ਕਹੀ ਸੀ, ਕਹਿਣ ਲੱਗੇ ਫਿਰ ਤੂੰ ਕੌਣ ਆ? ਅਤੇ ਜਦੋਂ ਹਿਰਦਾ ਭਾਵੇਂ ਕਪਟ ਨਾਲ ਭਰਿਆ ਹੋਏ ਅਤੇ ਭਾਵੇਂ ਜਿਵੇਂ ਮਰਜ਼ੀ, ਜਦੋਂ ਕਿਤੇ ਚੋਟ ਵੱਜਦੀ ਹੈ ਨਾ, ਭਲੇ ਪੁਰਸ਼ਾਂ ਦੇ ਬੋਲ ਚੀਰ ਕੇ ਰੱਖ ਦਿੰਦੇ ਹੈ। ਉਹ ਜਿਹੜੇ ਭਾਈ ਰਣਧੀਰ ਸਿੰਘ ਸੀ, ਨਾਮ ਦੇ ਰਸੀਏ ਸੀ, ਉਹਨਾਂ ਦੇ ਬੋਲ ਅੰਦਰ ਘਰ ਕਰ ਗਏ। ਉਹਨਾਂ ਆਖਿਆ ਤੂੰ ਕੌਣ ਹੈ? ਭਗਤ ਸਿੰਘ ਕਰੀਬਨ 15 ਮਿੰਟ ਬੋਲਿਆ ਨਹੀਂ, ਕੁਝ ਵੀ ਉੱਤਰ ਨਹੀਂ ਆਇਆ ਹੈ। ਫਿਰ ਅੱਖਾਂ ਮੀਟੀਆਂ ਅਤੇ ਫਿਰ 15-20 ਮਿੰਟਾਂ ਬਾਅਦ ਬੋਲਿਆ ਹੈ। ਕਹਿਣ ਲੱਗਾ ਮੈਂ ਰੱਬ ਨੂੰ ਮੰਨਦਾ ਹਾਂ, ਮੈਂ ਮੰਨਦਾ ਹਾਂ ਰੱਬ ਨੂੰ। ਕਹਿਣ ਲੱਗੇ ਹੁਣ ਕੀ ਹੋ ਗਿਆ? ਕਹਿਣ ਲੱਗੇ ਹੁਣ ਮੈਂ ਦੇਖਿਆ ਅੰਦਰ ਵੀ ਕੁਛ ਸੱਤਾ ਹੈ ਜਿਹੜੀ ਮੈਨੂੰ ਅੰਦਰੋਂ ਜਗਾ ਰਹੀ ਹੈ, ਹੁਣ ਮੈਨੂੰ ਹੋਸ਼ ਆਈ ਹੈ। ਇਸ ਤਰ੍ਹਾਂ ਸਤਿਗੁਰੂ ਜੀ ਨੇ ਕਿਹਾ ਹੈ ਕਿ ਇੱਕ ਵਾਰੀ ਜਾਗ ਕੇ ਤਾਂ ਦੇਖ। ਭਗਤ ਸਿੰਘ ਨੇ ਆਖਿਆ ਸੀ ਕਿ ਮੈਂ ਤਾਂ ਪਹਿਲਾਂ ਉੱਤੋਂ ਕਹਿੰਦਾ ਸੀ ਕਿ ਮੈਂ ਮਰਾਂਗਾ, ਪਰ ਅੰਦਰੋਂ ਮੇਰਾ ਦਿਲ ਕੰਬਦਾ ਸੀ। ਅੱਜ ਮੈਂ ਹੁਣ ਮਾਣ ਨਾ ਕਹਾਂਗੇ, ਭਾਵੇਂ ਮੇਰਾ ਸਰੀਰ ਵੀ ਹੁਣ ਫਾਹੇ ਚੜ੍ਹ ਜਾਏ, ਪਰ ਮੈਂ ਨਹੀਂ ਮਰਾਂਗਾ। ਸੋ ਇਹ ਫਿਰ ਉਸ ਵੇਲੇ ਅਵਸਥਾ ਹੋ ਜਾਂਦੀ ਜਦੋਂ ਕਿਤੇ ਭਲੇ ਪੁਰਸ਼ਾਂ ਦਾ ਸੰਗ ਹੋ ਜਾਏ। ਇਸ ਤਰ੍ਹਾਂ ਸਤਿਗੁਰੂ ਜੀ ਨੇ ਉਸ ਬੱਚੇ ਨੂੰ ਬਹੁਤ ਜ਼ਿਆਦਾ ਪਹਿਲੇ ਗਿਆਨਪੂਰਵਕ ਉਪਦੇਸ਼ ਦੇ ਕੇ ਫਿਰ ਉਸ ਨੂੰ ਨਿਹਾਲ ਕੀਤਾ ਸੀ। ਜ਼ਰੂਰ ਬੱਚਾ ਬ੍ਰਹਮ ਗਿਆਨੀ ਹੋਇਆ ਹੋਏਗਾ, ਕੋਈ ਸ਼ੱਕ ਨਹੀਂ, ਕਿਉਂਕਿ ਜਿਸ ਨੂੰ ਸਤਿਗੁਰੂ ਜੀ ਨੇ ਆਪ ਦੇ ਨਿਰਮਲ ਉਪਦੇਸ਼ਾਂ ਨਾਲ ਨਿਹਾਲ ਕੀਤਾ ਹੋਏ,
ਉਹ ਬੱਚਾ ਆਮ ਨਹੀਂ ਹੋ ਸਕਦਾ। ਉਸ ਬੱਚੇ ਨੂੰ ਜੀਵਦਾ ਕਰਕੇ ਸਤਿਗੁਰੂ ਮਹਾਰਾਜ ਲਾਹੌਰ ਸ਼ਹਿਰ ਵਿਖੇ ਗਏ ਹੈ। ਇੱਥੇ ਇੱਕ ਦੁਨੀ ਚੰਦ ਨਾਮ ਦਾ ਬਾਣੀਆ ਸੀ। ਉਹ ਆਪ ਦੇ ਪਿਤਾ ਦੀ ਬਰਸੀਨੀ ਮਨਾ ਰਿਹਾ ਸੀ। ਬਰਸੀ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਸਾਲ ਪਿੱਛੋਂ ਮਨਾਉਣ ਵਾਲੀ ਵਰ੍ਹੇਗੰਢ, ਉਹ ਬਰਸੀ ਮਨਾ ਰਿਹਾ ਸੀ। ਅਤੇ ਉਹ ਸ਼ਰਾਧਾਂ ਦੇ ਦਿਨ ਹੁੰਦੇ ਆ ਨਾ, ਜਿਵੇਂ ਆਪਾਂ ਨੂੰ ਪਤਾ ਹੈ ਸ਼ਰਾਧਾਂ ਦੇ ਦਿਨ ਜ਼ਿਆਦਾਤਰ ਹਿੰਦੂ ਲੋਕ ਇਸ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੰਦੇ ਹੈ। ਸਿੱਖ ਵੀ ਵੈਸੇ ਕਈ ਮਨਾਈ ਜਾਂਦੇ, ਪਰ ਗੁਰਮਤ ਵਿੱਚ ਇਸ ਦਾ ਕੋਈ ਵਿਧੀ ਵਿਧਾਨ ਨਹੀਂ ਹੈ। ਉਹ ਸ਼ਰਾਧਾਂ ਦੇ ਦਿਨਾਂ ਵਿੱਚ ਆਪ ਦੇ ਪਿਤਰਾਂ ਵਾਸਤੇ ਬ੍ਰਾਹਮਣਾਂ ਨੂੰ ਲੰਗਰ ਛਕਾ ਰਿਹਾ ਸੀ। ਉਹ ਸਾਰੀ ਵਾਰਤਾ ਆਏਗੀ ਇਸ ਪ੍ਰਸੰਗ ਵਿੱਚ। ਉਸਨੇ ਬਰਸੀ ਮਨਾਉਣੀ ਸੀ, ਸਾਰੇ ਸਤਿਪੁਰਸ਼ਾਂ ਨੂੰ ਸੱਦਦਾ ਪਿਆ ਸੀ, ਵੱਡੇ ਵੱਡੇ ਬ੍ਰਾਹਮਣ ਪੰਡਤਾਂ ਨੂੰ। ਅਤੇ ਹੁਣ ਸਤਿਗੁਰੂ ਵੀ ਇੱਥੇ ਲਾਹੌਰ ਗਏ ਹੈ। ਉਹ ਸਤਿਗੁਰਾਂ ਨੂੰ ਕਿਵੇਂ ਬੁਲਾਉਂਦਾ ਹੈ, ਉਹ ਸਾਰੀ ਵਾਰਤਾ ਇਸ ਪ੍ਰਸੰਗ ਵਿੱਚ ਆਏਗੀ। ਬੜੇ ਪ੍ਰੇਮ ਨਾਲ ਸਰਵਣ ਕਰਨ ਦਾ ਯਤਨ ਕਰਨਾ। ਇੱਕ ਦਫਾ ਪ੍ਰੇਮ ਨਾਲ ਮਿਲ ਕੇ ਰਸਨਾ ਪਵਿੱਤਰ ਕਰੀਏ, ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣ ਕਰ ਆਗਮ ਕਿਰਪਾ ਨਿਕੇਤਾ। ਸੁਣ ਕਰਕੇ ਨਾ ਉਹ ਦੁਨੀ ਚੰਦ ਜੋ ਬਾਣੀਆ ਸੀ ਲਾਹੌਰ ਦਾ ਰਹਿਣ ਵਾਲਾ, ਬਹੁਤ ਅਮੀਰ ਜ਼ਿਆਦਾ ਸੀ। ਇਹ ਧਨ ਪਦਾਰਥ ਵੱਲੋਂ ਕੋਈ ਕਮੀ ਨਹੀਂ ਸੀ ਇਹਦੇ ਕੋਲ, ਪਰ ਕੁਛ ਧਾਰਮਿਕ ਸ਼ਰਧਾ ਰੱਖਦਾ ਸੀ। ਉਹਦਾ ਧਰਮ ਦਾ ਕੋਈ ਬੋਧ ਨਹੀਂ ਸੀ, ਸਿਰਫ ਸ਼ਰਧਾ ਸੀ। ਸ਼ਰਧਾ ਦੇ ਕਰਕੇ ਇਹਨੂੰ ਪਤਾ ਲੱਗਾ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਦੁਨੀਆ ਦੇ ਵਿੱਚੋਂ ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕਰਦੇ ਹੋਏ ਅੱਜ ਲਾਹੌਰ ਆਏ ਹੈ। ਇਹਨੂੰ ਪਤਾ ਲੱਗ ਗਿਆ। ਸੁਣ ਕੇ ਮਹਾਰਾਜ ਦਾ ਆਗਮ, ਸੁਣ ਕਰ ਆਗਮ ਕਿਰਪਾ ਨਿਕੇਤਾ। ਕਿਰਪਾ ਦੇ ਘਰ ਸਤਿਗੁਰੂ ਅੱਜ ਮੇਰੇ ਸ਼ਹਿਰ ਆਏ ਨੇ। ਸੁਣਦਿਆਂ ਸਾਰ ਸੋ ਆਵਾਲੇ ਨੇ ਕਿਹਤਾ। ਉਹ ਫਿਰ ਸਤਿਗੁਰਾਂ ਨੂੰ ਲੈਣ ਵਾਸਤੇ ਅੱਗੋਂ ਵਾਰੀ ਆਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਹ ਜਾਣਦਾ ਹੈ ਕਿ ਅਗਾਮੀ ਪੁਰਸ਼ ਹੈ, ਇਹ ਮੇਰੇ ਘਰ ਆਉਣਗੇ, ਮੇਰਾ ਘਰ ਪਵਿੱਤਰ ਹੋ ਜਾਏਗਾ। ਇਸ ਵਾਸਤੇ ਸਤਿਗੁਰਾਂ ਨੂੰ ਲੈਣ ਵਾਸਤੇ ਅੱਗੋਂ ਵਾਰੀ ਗਿਆ। ਪਦ ਅਰਬਿੰਦ ਸੁਬੰਧਨ ਕੀਨਾ। ਸਤਿਗੁਰਾਂ ਦੇ ਅੰਮ੍ਰਿਤਮਈ ਸਰੂਪ ਨੂੰ ਦੇਖ ਕੇ ਇਹਦੇ ਕੋਲੋਂ ਰਿਹਾ ਨਾ ਗਿਆ। ਜਾਂਦਿਆਂ ਸਾਰ ਚਰਨਾਂ 'ਤੇ ਲਿਟ ਗਿਆ, ਮੱਥਾ ਟੇਕਿਆ ਹੈ। ਦੰਡਵਤ ਡੰਡੇ ਦੀ ਤਰ੍ਹਾਂ ਸਿੱਧਾ ਲੇਟ ਗਿਆ ਹੈ ਸਤਿਗੁਰਾਂ ਦੇ ਸਾਹਮਣੇ। ਮੱਥਾ ਟੇਕਿਆ ਹੈ, ਡੰਡਾਉਤ ਕੀਤੀ। ਬਿਨਾ ਭਨੀ ਬਹੁ ਹੋਇਓ ਦੀਨਾ। ਫਿਰ ਬੇਨਤੀਆਂ ਲੱਗਾ ਕਰਨ, ਐ ਮਹਾਰਾਜ ਜੀ ਕਿਰਪਾ ਕਰੋ ਮੇਰੇ 'ਤੇ। ਬਹੁਤ ਨਿਮਰਤਾ ਦੇ ਸਹਿਤ। ਇੱਕ ਹੁੰਦਾ ਹੈ ਮੁੱਖ ਤੋਂ ਬੰਦਾ ਨਿਮਰਤਾ ਦੇ ਬੋਲ ਬੋਲਦਾ, ਪਰ ਹਿਰਦੇ 'ਚ ਕਪਟ ਹੈ। ਪਰ ਇਹ ਪ੍ਰੇਮ ਨਾਲ, ਸ਼ਰਧਾ ਨਾਲ ਸਤਿਗੁਰਾਂ ਨੂੰ ਕਹਿਣ ਲੱਗਾ, ਪੂਰਨ ਪੁਰਖ ਲਖੋ ਹਮ ਪ੍ਰੀਤਾ। ਇਹ ਪੂਰਨ ਪੁਰਖ, ਇਹ ਮਹਾਂਪੁਰਸ਼, ਪਰਿਪੂਰਨ ਸਤਿਗੁਰੂ ਜੀਓ, ਮੇਰੀ ਪ੍ਰੀਤੀ ਜਾਣ ਕੇ ਮੇਰਾ ਪ੍ਰੇਮ ਦੇਖੋ ਮਹਾਰਾਜ। ਮੈਨੂੰ ਤੁਸੀਂ ਇਹ ਨਾ ਦੇਖੋ ਕਿ ਮੈਂ ਬਾਣੀਆ ਹਾਂ, ਮੈਂ ਧਨ ਪਦਾਰਥ ਕਮਾਉਣ ਵਾਲਾ ਹਾਂ। ਮੇਰਾ ਹਿਰਦਾ ਦੇਖੋ ਮਹਾਰਾਜ, ਮੈਂ ਤੁਹਾਨੂੰ ਘਰ ਲੈ ਕੇ ਆਉਣ ਵਾਸਤੇ ਆਇਆ ਹਾਂ। ਕਿਰਪਾ ਕਰੋ, ਮੇਰੇ ਘਰ ਚੱਲੋ, ਮੇਰਾ ਘਰ ਪਵਿੱਤਰ ਕਰੋ। ਇੱਦਾਂ ਦੀਆਂ ਜਦੋਂ ਲੱਗਾ ਬੇਨਤੀਆਂ ਕਰਨ, ਚਲੋ ਸਦਨ ਕੋ ਕਰੋ ਪੁਨੀਤਾ। ਮਹਾਰਾਜ ਜੀ ਮੇਰੇ ਘਰ ਨੂੰ ਪਵਿੱਤਰ ਕਰੋ, ਤੁਹਾਡੇ ਚਰਨ ਪਰਸੇ ਜਾਣ, ਹੋਰ ਮੈਨੂੰ ਕੀ ਚਾਹੀਦਾ ਹੈ। ਕਿਰਪਾ ਕਰਕੇ ਆਪ ਦੇ ਸੁੰਦਰ ਚਰਨ ਮੇਰੇ ਘਰ ਵਿੱਚ ਪਾਵੋ। ਸਤਿਗੁਰੂ ਸ਼ਰਵਣ ਕਰਦੇ ਨੇ ਇਹਦੀਆਂ ਬੇਨਤੀਆਂ। ਦੇਹ ਬਿਲੋਕ ਕੈ ਪ੍ਰੇਮ ਵਿਸਾਲਾ। ਇਹਦੀ ਪ੍ਰੇਮ ਪਰਿਭਾਸ਼ਾ ਦੇਖ ਕੇ, ਭਾਵੁਕ ਹੋਇਆ ਦੇਖ ਕੇ ਇਸ ਨੂੰ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਦੇ ਘਰ ਫਿਰ ਦੇਖ ਰਹੇ ਇਹਦਾ ਪ੍ਰੇਮ, ਹੋਰ ਦੇਖਦੇ ਪਏ ਨੇ। ਇਹਦੇ ਅੱਖਾਂ ਵਿੱਚ ਜਲ ਵਹਿ ਰਿਹਾ ਹੈ ਪ੍ਰੇਮ ਦਾ। ਦੇਖਦੇ ਹੋਏ ਸਤਿਗੁਰੂ ਗਮਨ ਕੀਓ ਉਠ ਸੰਗ ਕਿਰਪਾਲਾ। ਫਿਰ ਸਤਿਗੁਰੂ ਕਹਿਣ ਲੱਗੇ, ਚੱਲ ਭਾਈ ਤੇਰੀ ਬੇਨਤੀ ਅਸੀਂ ਮੰਨੀ ਹੈ। ਮਹਾਰਾਜ ਚੱਲ ਪਏ ਨੇ, ਨਾਲ ਹੀ ਭਾਈ ਮਰਦਾਨਾ, ਭਾਈ ਬਾਲਾ ਸੰਗ ਨੇ, ਦੋਨੋਂ ਸਾਥੀ ਵੀ ਚੱਲ ਪਏ ਉਹਦੇ ਘਰ। ਹੁਤੋ ਸਦਨ ਜੋ ਅਧਿਕ ਬਚਿੱਤਰਾ। ਉਹਦਾ ਘਰ ਬੜਾ ਰੰਗ ਬਰੰਗਾ, ਬੜੀ ਤਰ੍ਹਾਂ ਤਰ੍ਹਾਂ ਦੀਆਂ ਉਹਨੇ ਕਲੀਆਂ ਰੰਗ ਫੇਰੇ ਸਨ। ਬੜਾ ਗਜਬਦਾ ਉਹਦਾ ਘਰ ਸੀ, ਬੜਾ ਉੱਚਾ ਮਹਿਲ ਮਾੜੀਆਂ ਵਾਂਗ ਬਣਿਆ ਹੋਇਆ ਘਰ ਸੀ ਉਹਦਾ। ਦੇਖ ਰਹੇ ਨੇ ਸਤਿਗੁਰੂ। ਘਰ ਵਿੱਚ ਜਦੋਂ ਗਏ ਤਾਂ ਬਸਾਏ ਪਰਮ ਪਵਿੱਤਰਾ। ਇੱਕ ਸੁੰਦਰ ਘਰ ਦੀ ਬੈਠਕ ਵਿੱਚ ਸਤਿਗੁਰਾਂ ਨੂੰ ਬਿਠਾ ਲਿਆ ਹੈ। ਕਹਿ ਲੱਗਾ, ਸਤਿਗੁਰੂ ਜੀ
ਤੁਸੀਂ ਇੱਥੇ ਬੈਠੋ, ਮੈਂ ਹੁਣੇ ਆਉਂਦਾ ਹਾਂ। ਆਪ ਸ਼ਰਾਧ ਸਰਬ ਕਰੇ ਵਾਵਾ, ਆਪ ਸ਼ਰਾਧਾਂ ਕਰਾ ਰਿਹਾ ਹੈ। ਸ਼ਰਾਧਾਂ ਦੇ ਵਿੱਚ ਜਿਵੇਂ ਸਤਿਗੁਰਾਂ ਦੀ ਬਾਣੀ ਹੈ ਨਾ, ਜੀਵਤ ਪਿੱਤਰ ਨਾ ਮਾਨੈ ਕੋ, ਮੂਹੇ ਸਰਾਧ ਕਰਾਹੀ। ਇਹ ਅੱਜ ਕੱਲ੍ਹ ਦੇ ਮਨੁੱਖਾਂ ਦਾ ਹਿਸਾਬ ਹੈ। ਜੀਵਦਿਆਂ ਜੀ ਤੇ ਮਾਂ ਬਾਪ ਨੂੰ ਕੋਈ ਸੇਵਦਾ ਨਹੀਂ, ਕੋਈ ਸੇਵਾ ਨਹੀਂ ਕਰਦਾ ਹੈ। ਜਦੋਂ ਮਾਂ ਬਾਪ ਚੜ੍ਹਾਈ ਕਰ ਜਾਣ, ਵਿਚਾਰੇ ਰੋਮਦੇ ਹੋਏ ਸੰਸਾਰ ਤੋਂ ਵਿਦਾ ਹੋ ਜਾਣ, ਫਿਰ ਪੁੱਤਰ ਕੀ ਕਰਦੇ ਹੈ, ਸਾਰੇ ਪਿੰਡ ਨੂੰ ਸੱਦ ਲੈਂਦੇ ਹੈ। ਫਿਰ ਪਕਵਾਨ ਬਣਾਉਣਗੇ ਤਰ੍ਹਾਂ ਤਰ੍ਹਾਂ ਦੇ ਰੰਗ ਬਿਰੰਗੇ 36 ਪ੍ਰਕਾਰ ਦੇ ਭੋਜਨ ਬਣਾਉਣਗੇ। ਅਸੀਂ ਬਹੁਤ ਆਪਦੇ ਪਿਤਾ ਦਾ ਸਤਿਕਾਰ ਕੀਤਾ ਹੈ। ਇੱਦਾਂ ਕੀ ਹੋਏਗਾ, ਜੀਵਤ ਪਿੱਤਰ ਨਾ ਮਾਨੈ ਕੋ, ਮੂਹੇ ਸਰਾਧ ਕਰਾਹੀ। ਪਿੱਤਰ ਭੀ ਬਪਰੇ ਕਹਾਂ ਕਰੈ, ਕਊਆ ਕੂਕਰ ਖਾਹੀ। ਉਹ ਜਿਹੜਾ ਅਸੀਂ ਸਰਾਧ ਕਰਾਉਂਦੇ ਹਾਂ, ਕਹਿਣ ਲੱਗੇ ਸਤਿਗੁਰੂ ਕਹਿੰਦੇ ਉਹ ਤਾਂ ਜਿਹੜੇ ਪਦਾਰਥ ਤੁਸੀਂ ਬਣਾਉਂਦੇ ਹੋ ਨਾ, ਉਹ ਤਾਂ ਕਾਂ ਕੂਕਰ ਹੀ ਖਾ ਜਾਂਦੇ ਹੈ। ਭਾਵ ਵਧਿਆ ਹੋਇਆ ਲੰਗਰ ਤਾਂ ਇਉਂ ਹੀ ਚਲੇ ਜਾਂਦਾ ਹੈ, ਉਹਨਾਂ ਤੱਕ ਨਹੀਂ ਅੱਪੜਦਾ ਹੈ। ਇਸ ਵਾਸਤੇ ਇਸ ਦੀ ਵੀ ਇਹ ਭਾਵਨਾ ਸੀ। ਖੌਰੇ ਬ੍ਰਾਹਮਣਾਂ ਨੇ ਜੀ ਉਸ ਵੇਲੇ ਬੜਾ ਪ੍ਰਚਾਰਿਆ ਸੀ ਕਿ ਜਿਹੜਾ ਸ਼ਰਾਧ ਨਾ ਕਰਾਏਗਾ ਉਹਦੇ ਮਾਂ ਬਾਪ ਭੁੱਖੇ ਰਹਿ ਜਾਂਦੇ ਹੈ। ਉਹ ਵਿਚਾਰਾ ਭਲਾ ਮਾਨਸ ਸੀ, ਧਰਮ ਦੀ ਕੋਈ ਜਾਣਕਾਰੀ ਨਹੀਂ ਸੀ, ਧਰਮ ਦਾ ਬੋਧ ਨਹੀਂ ਸੀ ਉਸ ਨੂੰ। ਇਸ ਵਾਸਤੇ ਉਸਨੇ ਸ਼ਰਾਧ ਕਰਾਉਂਦਾ ਪਿਆ ਹੈ। ਉਹਨੇ ਆਪ ਦੇ ਘਰ ਬਹੁ ਵਿਪਰਨ ਕੋ ਭੋਜਨ ਖਵਾਵਾ, ਬਹੁਤ ਪੰਡਤਾਂ ਨੂੰ, ਵਿਦਵਾਨ ਜਨਾਂ ਨੂੰ, ਬ੍ਰਾਹਮਣਾਂ ਨੂੰ ਉਹਨੇ ਆਪ ਦੇ ਘਰੇ ਸੱਦਿਆ ਹੈ। ਕਹਿੰਦਾ ਮੇਰੇ ਘਰੋਂ ਭੋਜਨ ਛਕੋ। ਖੀਰ ਕੜਾਹ ਬਣਾਇਆ ਇਤਿਆਦਿ, ਹੋਰ ਤਰ੍ਹਾਂ ਦੇ ਲੰਗਰ ਬਣਾਏ। ਉਹ ਬੜੇ ਪ੍ਰੇਮ ਨਾਲ ਛਕਦੇ ਸਾਰੇ। ਜਬ ਸ਼੍ਰੀ ਗੁਰ ਕੋ ਗਇਓ ਸਮੀਪਾ, ਹੁਣ ਅੰਦਰ ਗਿਆ ਹੈ ਜਿੱਥੇ ਸਤਿਗੁਰੂ ਮਹਾਰਾਜ ਬਿਰਾਜਮਾਨ ਹੈ ਨਾ। ਜਦੋਂ ਕਿਤੇ ਕੋਈ ਵੱਡਾ ਮਨੁੱਖ ਆਇਆ ਹੋਏ ਨਾ, ਘਰ ਵਿੱਚ ਕੋਈ ਸੰਤ ਮਹਾਂਪੁਰਖ ਆਇਆ ਹੋਏ, ਉਹਨੂੰ ਵਿਸ਼ੇਸ਼ ਜਗ੍ਹਾ 'ਤੇ ਬਿਠਾਇਆ ਜਾਂਦਾ ਹੈ। ਬਾਕੀ ਸਾਰੀ ਪੰਗਤ ਵੱਖਰੀ ਹੁੰਦੀ ਹੈ, ਉਹਨੂੰ ਵੱਖਰਾ ਬਿਠਾਇਆ ਜਾਂਦਾ ਹੈ। ਇਸੇ ਤਰ੍ਹਾਂ ਉਹਨੇ ਸਤਿਗੁਰਾਂ ਨੂੰ ਮਹਾਨ ਜਾਣ ਕੇ ਵੱਖਰਾ ਅੰਦਰ ਬਿਠਾਇਆ ਹੈ। ਹੁਣ ਸਤਿਗੁਰਾਂ ਵੱਲ ਆਇਆ ਹੈ। ਸਤਿਗੁਰਾਂ ਦੇ ਪਾਸ ਜਦੋਂ ਗਿਆ ਅਤੇ ਸਤਿਗੁਰੂ ਮਹਾਰਾਜ ਉਹਨੂੰ ਕਹਿਣ ਲੱਗੇ, ਤਬ ਬੋਲੇ ਬੇਦੀ ਕੁਲ ਦੀਪਾ। ਤਦੋਂ ਸਤਿਗੁਰੂ ਕਹਿਣ ਲੱਗੇ ਉਸ ਨੂੰ, ਇਹ ਸਾਰਾ ਉਸ ਸਤਿਗੁਰਾਂ ਨੇ ਦੇਖ ਲਿਆ ਹੈ ਦ੍ਰਿਸ਼ ਵੀ ਇਹ ਲੰਗਰ ਛਕਾ ਰਿਹਾ ਹੈ ਸਾਰੇ ਮਨੁੱਖਾਂ ਨੂੰ, ਕੀ ਕਾਰਨ ਹੈ। ਹੁਣ ਸਤਿਗੁਰੂ ਪੁੱਛਣ ਵਾਸਤੇ ਆਪ ਦੇ ਮੁਖਾਰ ਬਿੰਦ ਤੋਂ ਬੋਲੇ, ਕਿਹ ਕਾਰਨ ਤੇ ਕੀਨ ਆਹਾਰਾ। ਇਹ ਦੁਨੀ ਚੰਦ, ਇਹ ਕਿਸ ਵਾਸਤੇ ਇਹਨੇ ਲੰਗਰ ਲਾਏ ਹੋਏ ਹੈ? ਕੀ ਗੱਲ ਕੋਈ ਪ੍ਰੋਗਰਾਮ ਹੈ, ਕੋਈ ਇੱਥੇ ਮਹਾਨ ਪੁਰਬ ਹੈ? ਕਿਸ ਵਾਸਤੇ ਇੱਥੇ ਲੰਗਰ ਲਾਏ ਹੋਏ ਹੈ, ਮੈਨੂੰ ਦੱਸੇਗਾ? ਸਤਿਗੁਰੂ ਪੁੱਛਦੇ, ਬਹੁਤੇ ਨਰਨ ਬੁਲਾਏ ਖੁਆਰਾ। ਅਸੀਂ ਦੇਖਦੇ ਪਏ ਹਾਂ ਤੂੰ ਆਪ ਦੇ ਘਰ ਬ੍ਰਾਹਮਣ ਸੱਦੇ ਹੈ, ਹੋਰ ਵੀ ਤੂੰ ਸਾਰੇ ਚਾਰੇ ਵਰਨਾਂ ਦੇ ਮਨੁੱਖਾਂ ਨੂੰ ਸੱਦਿਆ ਹੋਇਆ ਹੈ। ਕੀ ਕਾਰਨ ਹੈ? ਤੂੰ ਇੰਨਾ ਵੱਡਾ ਲੰਗਰ ਲਾਇਆ ਹੈ, ਜਗ ਕੀਤਾ ਇਹ ਘਰ ਵਿੱਚ, ਕੋਈ ਵਿਸ਼ੇਸ਼ ਪ੍ਰੋਗਰਾਮ ਹੈ ਤੇਰੇ ਘਰ ਵਿੱਚ? ਕੀ ਪੁਰਬ ਹੈ ਤੇਰੇ ਘਰ ਵਿੱਚ? ਕਿਉਂ ਮਨਾਉਂਦਾ ਹੈ ਇਹ ਦਿਨ? ਸਤਿਗੁਰੂ ਸੱਚੇ ਪਾਤਸ਼ਾਹ ਪੁੱਛਦੇ, ਭੀੜ ਭੂਰ ਤੇਰੇ ਘਰ ਮਾਹੀ। ਤੇਰੇ ਘਰ ਬੜੀ ਭੀੜ ਲੱਗੀ ਹੋਈ ਹੈ, ਮਨੁੱਖਾਂ ਨੂੰ ਵੇਲ ਨਹੀਂ ਮਿਲਦੀ ਪਈ ਹੈ। ਆ ਰਹੇ ਨੇ ਮਨੁੱਖ, ਜਾ ਰਹੇ ਨੇ, ਖਾ ਪੀ ਕੇ ਫਿਰ ਚਲੇ ਜਾਂਦੇ ਨੇ, ਬਹੁਤ ਭੀੜ ਲੱਗੀ ਹੈ ਤੇਰੇ ਘਰ। ਕੀ ਕਾਰਨ ਹੈ? ਕਹੋ ਬ੍ਰਿਤੰਤ ਸਭੈ ਹਮ ਪਾਹੀ। ਇਹ ਦੁਨੀ ਚੰਦ ਸਾਰੀ ਵਾਰਤਾ ਸਾਨੂੰ ਸੁਣਾ। ਕਿਉਂ ਇੰਨਾ ਲੰਗਰ ਲਾਇਆ ਹੋਇਆ ਹੈ? ਕਿਉਂ ਇੰਨਾ ਜੱਗ ਵੱਡਾ ਕੀਤਾ ਹੋਇਆ ਹੈ? ਸਾਨੂੰ ਵੀ ਤੂੰ ਸੱਦ ਕੇ ਲਿਆਇਆ ਹਾਂ, ਹੁਣ ਸਾਨੂੰ ਵੀ ਕੁਛ ਛਕਾਵੇਂਗਾ, ਅਤੇ ਵਜ੍ਹਾ ਕੀ ਹੈ ਇਸ ਦੀ? ਕੀ ਕਾਰਨ ਹੈ? ਸਾਰਾ ਦੱਸ। ਦੁਨੀ ਚੰਦ ਦੋ ਕਰ ਬੰਦੇ। ਦੁਨੀ ਚੰਦ ਨੇ ਹੱਥ ਜੋੜ ਕੇ ਸਤਿਗੁਰਾਂ ਅੱਗੇ ਸਨਮੁਖ ਹੋ ਕੇ ਖੜ ਗਿਆ। ਬੋਲਿਓ ਸੁਣੀਏ ਪ੍ਰਭੂ ਮੁਕੰਦੇ। ਕਹਿਣ ਲੱਗਾ, ਇਹ ਮੁਕਤੀ ਦਾਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ, ਉਹ ਕੀ ਦੱਸਾਂ? ਮੈਂ ਤੁਹਾਨੂੰ ਦੱਸਦਾ ਹਾਂ, ਮੇਰੀ ਬੇਨਤੀ ਸੁਣੋ। ਦਿਵਸ ਆਜ ਕੋ ਮੇਰੋ ਤਾਤਾ। ਅੱਜ ਦੇ ਦਿਨ ਜਿਹੜਾ ਮੇਰਾ ਪਿਤਾ ਸੀ ਨਾ, ਜਿਹੜਾ ਮੇਰਾ ਬਾਪ ਸੀ, ਅੱਜ ਦੇ ਦਿਨ 1 ਸਾਲ ਪਹਿਲੇ ਗਾ ਪ੍ਰਲੋਕ ਹੋ ਤੋ ਬਖਿਆਤਾ। ਅੱਜ ਤੋਂ 1 ਸਾਲ ਪਹਿਲਾਂ ਮੇਰਾ ਬਾਪ ਅਕਾਲ ਚਲਾਣਾ ਕਰ ਗਿਆ ਸੀ। ਮਹਾਰਾਜ ਅੱਜ ਉਹਨਾਂ ਦੇ ਪ੍ਰਥਾਏ ਮੈਂ ਸ਼ਰਾਧਾਂ ਕਰਾ ਰਿਹਾ ਹਾਂ। ਮੈਨੂੰ ਪੰਡਤਾਂ ਨੇ ਕਿਹਾ ਕਿ ਜੇਕਰ ਤੂੰ ਸ਼ਰਾਧਾਂ ਨਾ ਕਰਾਈਆਂ, ਜੇਕਰ ਤੂੰ ਪਕਵਾਨ ਨਾ ਛਕਾਏ ਪੰਡਤਾਂ ਨੂੰ, ਬ੍ਰਾਹਮਣਾਂ ਨੂੰ, ਤਾਂ ਫਿਰ ਤੇਰੇ ਬਾਪ ਭੁੱਖਾ ਰਹਿ ਜਾਏਗਾ, ਫਿਰ ਉਹਨੂੰ ਭੋਜਨ ਨਹੀਂ ਮਿਲੇਗਾ। ਇਸ ਤਰ੍ਹਾਂ ਦੇ ਉਹਨਾਂ ਨੇ ਮੈਨੂੰ ਇਹ ਗੱਲਾਂ ਦੱਸੀਆਂ ਨੇ। ਮਹਾਰਾਜ ਮੈਨੂੰ ਤਾਂ ਕੋਈ ਪਤਾ ਨਹੀਂ, ਮੈਂ ਤਾਂ ਆਪ ਦੇ ਵਿਵਹਾਰ ਵਿੱਚ ਰੁੱਝਾ ਹੋਇਆ ਹਾਂ, ਮੇਰੇ ਤਾਂ ਕੋਈ ਸਮਝ ਵਿਚਾਰ ਨਹੀਂ ਹੈ। ਹੁਣ ਤੁਸੀਂ ਦੱਸ ਦਿਓ ਕਿਰਪਾ ਕਰਕੇ
ਤਿਹ ਨਿਮਿਤ ਮੈਂ ਕੀਨ ਆਹਾਰਾ। ਹਾਂਜੀ ਮਹਾਰਾਜ, ਮੈਂ ਉਸ ਵਾਸਤੇ ਇਹ ਸਾਰਾ ਆਹਾਰ ਭੋਜਨ ਕਰਾਇਆ ਹੈ, ਸਿਰਫ ਆਪ ਦੇ ਬਾਪ ਦੇ ਤਾਈਂ ਪਹੁੰਚਾਉਣੇ ਵਾਸਤੇ ਕਿ ਮੇਰਾ ਬਾਪ ਰੱਜ ਜਾਏ। ਪਰ ਕਿੰਨੀ ਹੈਰਾਨੀ ਵਾਲੀ ਗੱਲ ਹੋਏਗੀ, ਮਨੁੱਖਾਂ ਨੇ ਇਸੇ ਤਰ੍ਹਾਂ ਕਰੀਬਨ ਸਾਡਾ ਹਿੰਦੁਸਤਾਨ ਦੇਸ਼ 2000 ਸਾਲ ਗੁਲਾਮ ਰਿਹਾ, ਇਸੇ ਕਰਕੇ ਇਹਨਾਂ ਪੰਡਤਾਂ ਦੀਆਂ ਗੱਲਾਂ ਕਰਕੇ, ਕਿਉਂਕਿ ਇੰਨਾ ਜ਼ਿਆਦਾ ਭਰਮਾਉਣਾ ਭੋਲੇ ਭਾਲੇ ਮਨੁੱਖ ਨਹੀਂ ਸਮਝਦੇ ਸਨ ਗਿਆਨ ਦੀ ਗੱਲ ਕੋਈ। ਸੋ ਇਹ ਭਰਮਾ ਲੈਂਦੇ ਸੀ, ਕਹਿਣ ਲੱਗੇ ਸ਼ਸਤਰ ਨਾ ਪਕੜੋ, ਇਸ ਤਰ੍ਹਾਂ ਤੁਸੀਂ ਤੇ ਗ੍ਰਸਤ ਵਿੱਚ ਆ ਗਏ ਹੋ, ਤੁਸੀਂ ਤੇ ਨਰਕਾਂ ਦੇ ਭਾਗੀ ਹੋਏਗੇ ਜੇਕਰ ਬ੍ਰਾਹਮਣਾਂ ਦੀ ਸੇਵਾ ਨਾ ਕੀਤੀ। ਇੱਦਾਂ ਦੇ ਲਾਲਚ ਦੇ ਦੇ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਭਰਮਾ ਕੇ ਆਪਣੀ ਸੇਵਾ ਕਰਾਉਂਦੇ ਸਨ। ਦੁਨੀ ਚੰਦ ਵਿਚਾਰਾ ਭੋਲਾ ਹੋਵੇਗਾ, ਉਸ ਸਮੇਂ ਵਿੱਚ ਨਹੀਂ ਸਮਝ ਹੋਏਗੀ, ਉਹਨੇ ਇਸੇ ਤਰ੍ਹਾਂ ਮੰਨ ਲਿਆ। ਨਹੀਂ ਤਾਂ ਆਮ ਮਨੁੱਖ ਸੰਸਾ ਉਠਾ ਦਿੰਦਾ ਹੈ ਵੀ 1 ਸਾਲ ਬਾਅਦ ਬੰਦਾ ਕਿਵੇਂ ਖਾ ਸਕਦਾ ਹੈ, ਜਿਹਨੂੰ ਭੁੱਖ ਲੱਗੇ ਉਹ ਤਾਂ ਰੋਜ਼ ਖਾਵੇ। ਭਲਾ ਅਸੀਂ 1 ਸਾਲ ਬਾਅਦ ਖਾਂਦੇ ਹਾਂ, ਸਾਨੂੰ ਜਦੋਂ ਭੁੱਖ ਲੱਗੀ ਅਸੀਂ ਉਦੋਂ ਹੀ ਖਾਂਦੇ ਹਾਂ ਨਾ। ਦੁਨੀ ਚੰਦ ਭੋਲਾ ਰਿਹਾ ਹੋਵੇਗਾ, ਨਹੀਂ ਪਤਾ ਲੱਗਾ ਹੋਵੇਗਾ। ਦੁਨੀ ਚੰਦ ਨੇ ਕਿਹਾ ਮਹਾਰਾਜ ਉਹ ਇਸ ਤਰ੍ਹਾਂ ਕਹਿੰਦੇ ਹੈ ਕਿ ਸਾਲ ਬਾਅਦ ਹੁਣ ਤੇਰੇ ਪਿਤਰਾਂ ਦੇ ਤਾਈਂ ਭੋਜਨ ਛਕਾਇਆ ਜਾਏਗਾ। ਹੋਰ ਕੋ ਵਿਪਰਨ ਸਰਬ ਖੁਆਰਾ, ਇਸ ਵਾਸਤੇ ਮੈਂ ਪਿੰਡ ਦੇ ਨਗਰ ਦੇ ਸਾਰੇ ਬ੍ਰਾਹਮਣਾਂ ਦੇ ਤਾਈਂ ਭੋਜਨ ਛਕਾਇਆ ਹੈ। ਮਹਾਰਾਜ ਮੈਂ ਠੀਕ ਕੀਤਾ ਹੈ ਨਾ, ਕੋਈ ਗਲਤ ਤਾਂ ਨਹੀਂ ਨਾ ਕੀਤਾ ਮੈਂ। ਇੱਦਾਂ ਪੁੱਛਣ ਲੱਗਾ ਜਦੋਂ ਬੁਨ ਬੂਝਿਓ ਸ਼੍ਰੀ ਨਾਨਕ ਤਾਹੀਂ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪੁੱਛਣ ਲੱਗਾ ਕਿ ਮਹਾਰਾਜ ਜੀ ਹੁਣ ਤੁਸੀਂ ਦੱਸੋ ਖਾਂ ਤਬ ਪਿਤਰਤ ਪ੍ਰਾਪਤ ਭਇਓ ਕਿ ਨਾਹੀਂ। ਸਤਿਗੁਰੂ ਸੱਚੇ ਪਾਤਸ਼ਾਹ ਦੁਨੀ ਚੰਦ ਦੇ ਤਾਈਂ ਪੁੱਛਦੇ ਨੇ, ਇਹ ਦੁਨੀ ਚੰਦ ਜਿਹੜਾ ਫਿਰ ਤੂੰ ਸ਼ਰਾਧਾਂ ਦਾ ਲੰਗਰ ਕਰਵਾਇਆ ਸੀ, ਤੇਰੇ ਬਾਪ ਨੂੰ ਪਹੁੰਚ ਗਿਆ ਹੈ ਜਾਂ ਨਹੀਂ ਪਹੁੰਚਿਆ ਹੈ? ਹੁਣ ਦੱਸ ਹਾਂ ਭਲਾ ਤੂੰ ਸਾਨੂੰ। ਦੁਨੀ ਚੰਦ ਕਹਿ ਲਖੋ ਨਾ ਕੋ। ਦੁਨੀ ਚੰਦ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਨਹੀਂ, ਮੈਨੂੰ ਨਹੀਂ ਪਤਾ ਹੈ ਮਹਾਰਾਜ, ਇਹਨਾਂ ਤੇ ਉਹਨਾਂ ਨਹੀਂ ਦੱਸਿਆ ਹੈ। ਉਹ ਆਪ ਖੀਰ ਕੜਾਹ ਛਕ ਕੇ ਸਾਡੇ ਘਰੋਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਛਕ ਕੇ ਚਲੇ ਗਏ ਹੈ, ਪਰ ਇਹ ਗੱਲ ਉਹਨਾਂ ਸਾਨੂੰ ਨਹੀਂ ਦੱਸੀ ਹੈ ਵੀ ਹੁਣ ਤੇਰਾ ਬਾਪ ਰੱਜ ਗਿਆ ਹੈ ਜਾਂ ਹਾਲੇ ਵੀ ਭੁੱਖਾ ਹੈ। ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਮਹਾਰਾਜ ਤੁਸੀਂ ਦੱਸ ਦਿਓ ਕਿਰਪਾ ਕਰਕੇ, ਪਹੁੰਚਿਓ ਰਹਿਓ ਕਿ ਭੁੱਖਾ ਸੋ। ਮਹਾਰਾਜ ਮੈਨੂੰ ਨਹੀਂ ਪਤਾ ਹੈ ਕਿ ਭੋਜਨ ਪਹੁੰਚਿਆ ਹੋਵੇਗਾ ਕਿ ਅੱਜ ਵੀ ਮੇਰਾ ਬਾਪ ਭੁੱਖਾ ਸੁੱਤਾ ਹੋਏਗਾ, ਮੈਨੂੰ ਨਹੀਂ ਇਹਦੇ ਬਾਰੇ ਪਤਾ। ਤੁਸੀਂ ਕਿਰਪਾ ਕਰਕੇ ਦੱਸ ਦਿਓ। ਇਸ ਬਿਦ ਕੀ ਸੁਧਰਾਵਰ ਜਾਨੋ, ਇਸ ਬਿਦ ਦੀ ਹੁਣ ਤੁਸੀਂ ਸਾਰੀ ਵਿਧੀ ਵਿਧਾਨ ਜਾਣਦੇ ਹੋ। ਮਹਾਰਾਜ ਤੁਸੀਂ ਅੰਤਰਜਾਮੀ ਹੋ, ਮੈਂ ਅਲਪੱਗ ਜੀਵ ਹਾਂ, ਤੁਸੀਂ ਸਾਰਾ ਕੁਛ ਜਾਣਦੇ ਹੋ, ਸੰਸਾਰ ਦੇ ਸਾਰੇ ਵਿਵਹਾਰ ਨੂੰ, ਪਰਲੋਕ ਦਾ ਕੀ ਹੋ ਰਿਹਾ ਹੈ ਸਾਰਾ ਕੁਛ ਤੁਸੀਂ ਜਾਣਦੇ ਹੋ। ਸਾਰਾ ਕੁਛ ਮੈਨੂੰ ਤਾਂ ਨਹੀਂ ਪਤਾ ਹੈ ਮਹਾਰਾਜ, ਤੁਸੀਂ ਸਾਰਾ ਕੁਛ ਜਾਣਦੇ ਹੋ। ਤੁਸੀਂ ਕਿਰਪਾ ਕਰਕੇ ਦੱਸ ਦਿਓ ਕੀ ਮੇਰਾ ਬਾਪ ਰੱਜ ਗਿਆ ਹੈ, ਉਹਨੂੰ ਭੋਜਨ ਅਪੜ ਗਿਆ ਹੋਵੇਗਾ? ਦੱਸੋ ਖਾਂ ਭਲਾ ਹੁਣ। ਸੰਤ ਜੰਤ ਅਲਪ ਮਤ ਮੈਂ ਨਾ ਪਛਾਨੋ। ਮੇਰੀ ਜਿਹੜੀ ਬੁੱਧੀ ਹੈ ਨਾ ਅਲਪ ਹੈ, ਛੋਟੀ ਬੁੱਧੀ ਹੈ। ਤੂੰ ਸਮਰੱਥ ਵੱਡਾ, ਮੇਰੀ ਮਤ ਥੋੜ੍ਹੀ ਰਾਮ। ਇਹ ਸੱਚੇ ਪਾਤਸ਼ਾਹ ਮੇਰੀ ਮਤ ਥੋੜ੍ਹੀ ਹੈ, ਤੁਸੀਂ ਸਮਰੱਥ ਹੋ, ਸਰਬੱਗ ਹੋ, ਸਾਰਾ ਕੁਛ ਜਾਣਦੇ ਹੋ, ਫਿਰ ਵੀ ਮੇਰੇ ਤਾਈਂ ਪੁੱਛਦੇ ਹੋ। ਮੈਂ ਤੁਹਾਨੂੰ ਦਿਲ ਦੀ ਗੱਲ ਦੱਸੀ ਹੈ ਕਿ ਮਹਾਰਾਜ ਕਰਮ ਕਾਂਡ ਮੈਂ ਪੂਰਾ ਕੀਤਾ ਹੈ, ਮੈਂ ਭਾਵਨਾ ਨਾਲ ਉਹਨਾਂ ਦੀ ਸੇਵਾ ਵੀ ਕੀਤੀ ਹੈ। ਪਰ ਜੇ ਪੁੱਛਦੇ ਹੋ ਭੋਜਨ ਪਹੁੰਚ ਗਿਆ ਹੈ ਬਾਪ ਨੂੰ, ਇਸ ਬਾਰੇ ਮੈਨੂੰ ਕੋਈ ਨਹੀਂ ਪਤਾ ਹੈ, ਇੰਨਾ ਬੋਧ ਨਹੀਂ ਮੇਰੇ ਤਾਈਂ ਹੈਗਾ ਹੈ। ਤੁਸੀਂ ਦੱਸ ਦਿਓ ਕਿਰਪਾ ਕਰਕੇ। ਗੁਰ ਕਹੈ ਤਬ ਪਿਤ ਸ਼ੁਧਾ ਅਧੀਨਾ। ਸਤਿਗੁਰੂ ਕਹਿਣ ਲੱਗੇ ਇਹ ਦੁਨੀ ਚੰਦ ਤੇਰਾ ਬਾਪ ਹੱਲੇ ਵੀ ਭੁੱਖਾ ਹੈ। ਸੁਣ ਕੇ ਤਾਂ ਹੈਰਾਨ ਹੋਇਆ ਹੋਏਗਾ, ਇਹ ਕੀ ਕਹਿ ਦਿੱਤਾ ਮਹਾਰਾਜ ਨੇ? ਇੰਨਾ ਧਨ ਖਰਚਿਆ, ਇੰਨਾ ਵੱਡਾ ਜੱਗ ਕੀਤਾ ਕਿ ਹੱਲੇ ਵੀ ਮੇਰਾ ਬਾਪ ਭੁੱਖਾ ਹੈ। ਸੁਣ ਕੇ ਦੁਨੀ ਚੰਦ ਦੰਗ ਰਹਿ ਗਿਆ। ਭੁੱਖੇ ਬਾਸੁਰ ਬੀਤੇ ਤੀਨਾ। ਪੁੱਛਦਾ ਹੈ ਮਹਾਰਾਜ ਕਿੰਨਾ ਕੁ ਭੁੱਖਾ ਹੈ? ਮਹਾਰਾਜ ਕਹਿੰਦੇ 3 ਦਿਨ ਹੋ ਗਏ ਭੁੱਖਾ ਫਿਰਦਾ ਹੈ। ਹੁਣ ਤਾਂ ਹੈਰਾਨ ਹੋ ਗਿਆ, ਸੁਣ ਕੇ ਹੋਰ ਵੀ ਹੈਰਾਨ ਹੋ ਰਿਹਾ ਹੈ। ਹੁਣ ਭਰੋਸਾ ਵੱਧ ਗਿਆ ਹੈ ਵੀ ਮੇਰਾ ਪਿਤਾ ਅਵਗਤ ਨਹੀਂ ਹੈ, ਉਹ ਕਿਤੇ ਜੂਨ ਵਿੱਚ ਭਟਕਦਾ ਪਿਆ ਹੈ। ਕਿੱਥੇ ਹੋਵੇਗਾ? ਹੁਣ ਪੁੱਛਣ ਵਾਸਤੇ ਬੋਲਦਾ ਬੈਠਿਓ ਅਬਹਿ ਸ਼ੁਦਾ ਤਰਸੋ। ਮਹਾਰਾਜ ਹੁਣ ਵੀ ਭੁੱਖਾ ਹੈ? ਮਹਾਰਾਜ ਕਹਿਣ ਲੱਗੇ ਹਾਂ ਹੁਣ ਵੀ ਭੁੱਖਾ ਹੈ, ਬੈਠਾ ਹੈ ਭੁੱਖਾ ਵਿਚਾਰਾ, ਵਿਲਕਦਾ ਪਿਆ ਹੈ। ਸੁਣ ਕੇ ਦੁਨੀ ਚੰਦ ਦੀਆਂ ਤੇ ਅੱਖਾਂ ਵਿੱਚੋਂ ਜਲ ਵਗ ਗਿਆ ਹੋਵੇਗਾ, ਕਿਉਂਕਿ ਬਾਪ ਦੀ ਇਹੋ ਜਿਹੀ ਹਾਲਤ ਸੁਣ ਕੇ ਕਿਹੜਾ ਬੱਚਾ ਹੈ ਜਿਹੜਾ ਪ੍ਰੇਮ ਕਰਦਾ ਹੋਏ ਬਾਪ ਨੂੰ ਉਹਦਾ ਦਿਲ ਨਾ ਪਿਘਲੇ। ਦੁਨੀ ਚੰਦ ਦੇ ਮਨ ਵਿੱਚ ਜ਼ਰੂਰ ਕੋਈ ਨਾ ਕੁਝ ਪਿਘਲਤਾ ਹੀ ਆਈ ਹੋਏਗੀ।
ਕਹਿਣ ਲੱਗਾ ਅੱਛਾ ਮਹਾਰਾਜ ਹੁਣ ਵੀ ਭੁੱਖਾ ਹੈ? ਮਹਾਰਾਜ ਕਹਿਣ ਲੱਗੇ ਹਾਂ ਹੁਣ ਵੀ ਭੁੱਖਾ ਹੈ, ਬੈਠਾ ਹੋਇਆ ਵਿਚਾਰਾ। ਤਾਹੇ ਨਾ ਪਹੁੰਚਿਓ ਭੋਜਨ ਕੋ, ਤੇਰੇ ਤਾਂ ਹੀ ਬ੍ਰਾਹਮਣਾਂ ਨੇ ਝੂਠ ਬੋਲਿਆ ਹੈ। ਇਹ ਸੱਚ ਸਾਡੀ ਗੱਲ ਮੰਨ, ਬ੍ਰਾਹਮਣ ਤੈਨੂੰ ਜਾਣ ਬੁੱਝ ਕੇ ਛਲ ਕੇ ਲੈ ਗਏ ਨੇ, ਤੇਰੇ ਕੋਲੋਂ ਪੂਜਾ ਵੀ ਲੈ ਗਏ ਨੇ, ਤੇਰੇ ਕੋਲੋਂ ਪਦਾਰਥ ਵੀ ਛਕ ਗਏ ਨੇ, ਫਿਰ ਤੇਰੇ ਤਾਈਂ ਇਹ ਭਰਮ ਵੀ ਪਾ ਗਏ ਨੇ ਕਿ ਹੁਣ ਤੇਰੇ ਬਾਪ ਨੂੰ 1 ਸਾਲ ਕੁਛ ਖਾਣ ਦੀ ਲੋੜ ਨਹੀਂ ਹੈ। ਪਰ ਇਹ ਝੂਠ ਬੋਲਿਆ ਹੈ ਉਹਨਾਂ ਨੇ, ਤੇਰੇ ਤਾਈਂ ਸੱਚੀ ਗੱਲ ਦੱਸੀ ਹੈ, ਇਹ ਭੋਜਨ ਤੇਰੇ ਬਾਪ ਨੂੰ ਨਹੀਂ ਪਹੁੰਚਿਆ। ਇਸ ਪ੍ਰਕਾਰ ਕੋ ਬਚਨ ਸੁਨੇ ਜਬ, ਇਹੋ ਜਿਹੇ ਬਚਨ ਸਤਿਗੁਰਾਂ ਦੇ ਦੁਰਲਭ ਸੁਣ ਕੇ ਦੁਨੀ ਚੰਦ ਨਿਮਰ ਭਇਓ ਬੂਝਤ ਭਾ ਪੁਨ ਤਬ। ਨਿਮਰਤਾ ਦੇ ਸਹਿਤ ਸਤਿਗੁਰਾਂ ਦੇ ਚਰਨ ਪਕੜ ਲਏ ਹੈ, ਲੱਗ ਪਿਆ ਬੇਨਤੀਆਂ ਕਰਨ, ਮਹਾਰਾਜ ਦੱਸੋ ਖਾਂ ਹੁਣ ਮੇਰਾ ਬਾਪ ਕਿੱਥੇ ਹੈ? ਮੈਂ ਹੁਣੇ ਜਾਣਾ ਹੈ ਆਪਣੇ ਬਾਪ ਕੋਲੋਂ, ਕਿਰਪਾ ਕਰਕੇ ਦੱਸ ਦਿਓ ਉਹ ਇਸ ਵਕਤ ਕਿਹੜੀ ਜੋਨ ਵਿੱਚ ਹੈ। ਅਤੇ ਸਤਿਗੁਰੂ ਕਹਿਣ ਲੱਗੇ ਕਿਹ ਸਥਾਨ ਮੈਂ ਭੂਖਾ ਬੈਸਾ। ਫਿਰ ਪੁੱਛਦਾ ਹੈ, ਕਹਿੰਦਾ ਮਹਾਰਾਜ ਕਿਹੜੀ ਜਗ੍ਹਾ 'ਤੇ ਭੁੱਖਾ ਬੈਠਾ ਹੈ? ਤੁਸੀਂ ਤਾਂ ਹੁਣ ਦੇਖ ਹੀ ਰਹੇ ਹੋ, ਮੈਨੂੰ ਵੀ ਦੱਸ ਦਿਓ ਕਿੱਥੇ ਬੈਠਾ ਹੈ? ਆਪ ਤੇ ਅੰਤਰਜਾਮੀ ਹੋ, ਦੱਸੋ ਭਲਾ। ਕਹੋ ਕਿਰਪਾ ਕਰ ਕਿਹ ਤਨ ਕੈਸਾ, ਕਿਰਪਾ ਕਰਕੇ ਦੱਸੋ ਉਹਦਾ ਸਰੀਰ ਕਿਹੜਾ ਹੈ, ਕਿਹੜੀ ਜੋਨ ਧਾਰਨ ਕੀਤੀ ਹੈ, ਕਿ ਹੁਣ ਵੀ ਮਨੁੱਖ ਹੈ ਜਾਂ ਜਾਨਵਰ ਹੈ ਜਾਂ ਪਕਸ਼ੀ ਹੈ, ਕਿਹੜੀ ਜੋਨੀ ਧਾਰਨ ਕੀਤੀ ਹੈ ਉਸਨੇ। ਅਤੇ ਸਤਿਗੁਰੂ ਕਹਿਣ ਲੱਗੇ ਹੇਤ ਬਤਾਵਨ ਬੈਨ ਅਲਾਏ। ਉਹਦੇ ਭਰਮ ਨੂੰ ਦੂਰ ਕਰਨ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੋਲਣਾ ਚੰਗਾ ਸਮਝਿਆ ਵੀ ਜੇ ਇਹਦੇ ਤਾਈਂ ਨਾ ਦੱਸਿਆ ਅਤੇ ਇਹ ਵਿਚਾਰੇ ਨੇ ਭਰਮ ਵਿੱਚ ਹੀ ਆਪਦੀ ਜੀਵਨ ਬਤੀਤ ਕਰ ਲੈਣਾ ਹੈ। ਸਤਿਗੁਰੂ ਕਦੇ ਕਿਸੇ ਨੂੰ ਭਰਮ ਵਿੱਚ ਨਹੀਂ ਸੀ ਰੱਖਦੇ। ਆਮ ਮਨੁੱਖ ਦਾ ਸੁਭਾਅ ਹੁੰਦਾ ਹੈ ਵੀ ਕੀ ਕਿਸੇ ਨਾਲ ਬੁਰਾ ਬਣਨਾ ਹੈ। ਚਲੋ ਜੇ 2 ਝੂਠ ਬੋਲਦੇ ਪਏ ਹੈ, 4 ਬੰਦੇ ਝੂਠ ਬੋਲਦੇ ਪਏ ਹੈ, ਮੈਂ ਵੀ ਝੂਠ ਬੋਲ ਦਿੰਦਾ ਹਾਂ, ਮੇਰਾ ਕੀ ਜਾਂਦਾ ਹੈ, ਮੈਂ ਬੁਰਾ ਕਿਉਂ ਬਣਾ। ਪਰ ਸਤਿਗੁਰੂ ਜੀ ਨੇ ਸੱਚਾਈ ਦੱਸਣੀ ਸੀ, ਯਥਾਰਥ ਗੱਲ ਦੱਸ ਦਿੱਤੀ ਹੈ ਕਿ ਦੁਨੀ ਚੰਦ ਤੇਰਾ ਬਾਪ ਭੁੱਖਾ ਹੈ, ਹੱਲੇ ਵੀ ਕਿੱਥੇ ਹੈ, ਕਿਹੜੇ ਤਨ ਵਿੱਚ ਹੈ। ਤਬ ਪਿਤ ਬ੍ਰਿਕ ਦੇਹੀ ਕੋ ਪਾਏ, ਤੇਰਾ ਪਿਤਾ ਬਘਿਆੜ ਦੀ ਜੋਨ ਵਿੱਚ ਹੈ। ਕਿੱਥੇ ਬੈਠਾ ਹੈ ਹੁਣ ਤੇਰੇ ਤਾਈਂ ਦੱਸ ਦੇ। 5 ਕੋਸ ਪਰ ਬਾਰਨ ਝਾਰਨ ਮਾਹੀ, 5 ਕੋਹ ਦੀ ਦੂਰੀ 'ਤੇ 10 ਕਿਲੋਮੀਟਰ ਹੋਣ ਅਤੇ 3.5 ਕੋਹ ਹੁੰਦੇ ਹੈ। ਆਪਣਾ ਹਿਸਾਬ ਲਗਾ ਲੈਣਾ, ਤਕਰੀਬਨ 14-15 ਕਿਲੋਮੀਟਰ ਦੂਰ ਹੋਵੇਗਾ। ਸਤਿਗੁਰੂ ਕਹਿਣ ਲੱਗੇ 5 ਕੋਹ ਦੀ ਦੂਰੀ 'ਤੇ ਇਹ ਦੁਨੀ ਚੰਦ ਤੇਰਾ ਬਾਪ ਬਘਿਆੜ ਦੀ ਜੋਨ ਵਿੱਚ ਝਾੜੀਆਂ ਵਿੱਚ ਬੈਠਾ ਹੋਇਆ ਹੈ। ਇਹ ਹੁਣ ਤੇਰੇ 'ਤੇ ਭਰੋਸਾ ਦਿਵਾਉਣ ਵਾਸਤੇ ਤੈਨੂੰ ਉੱਥੇ ਭੇਜਦੇ ਹਾਂ। ਭੂਖੋ ਬੈਠ ਰਹਿਓ ਸੋ ਤਾਹੀਂ, ਉਹ ਵਿਚਾਰਾ ਭੁੱਖਾ ਬੈਠਾ ਹੈ। ਹੁਣ ਕਈ ਮਨੁੱਖ ਕਹਿੰਦੇ ਹੈ ਅਖੇ ਜੀ ਆਹ ਜੱਗ ਮਿੱਠਾ ਅਗਲਾ ਕਿ ਡਿੱਠਾ ਹੈ, ਪਰ ਇੱਥੇ ਸਤਿਗੁਰੂ ਸਾਰਾ ਭਰਮ ਸਾਡਾ ਦੂਰ ਕਰਦੇ ਹੈ। ਭਾਈ ਗੁਰਦਾਸ ਜੀ ਨੇ ਕਿਹਾ ਹੈ ਨਾ, ਜੁਗ ਜੁਗ ਮੇਰ ਸਰੀਰ ਕਾ ਵਾਸਨਾ ਬੱਧਾ ਆਵੈ ਜਾਵੈ। ਇਹ ਜੁਗ ਜੁਗ ਵਾਸਨਾ ਦੇ ਕਰਕੇ ਮਨੁੱਖ ਸਰੀਰ ਬਦਲਦਾ ਰਹਿੰਦਾ ਹੈ, ਕਾਇਆ ਪਲਟਦੀ ਰਹਿੰਦੀ ਹੈ, ਆਤਮਾ ਨਹੀਂ ਕਿਧਰੇ ਜਾਂਦੀ ਹੈ। ਆਤਮਾ ਫਿਰ ਨਵਾਂ ਰੂਪ ਧਾਰ ਕਰਦੀ ਹੈ, ਨਵਾਂ ਸਰੀਰ ਧਾਰਨ ਕਰ ਲੈਂਦੀ ਹੈ। ਜਿਹੋ ਜਿਹਾ ਸਰੀਰ ਧਾਰਨ ਕਰਦੀ ਹੈ ਫਿਰ ਉਹੋ ਜਿਹਾ ਸੂਖਸ਼ਮ ਸਰੀਰ ਹੋ ਜਾਂਦਾ ਹੈ। ਜੇ ਸਾਡਾ ਸਰੀਰ ਇਹੋ ਜਿਹਾ ਹੈ ਮਨੁੱਖਾਂ ਵਾਲਾ, ਫਿਰ ਇਹੋ ਜਿਹੇ ਆਕਾਰ ਦੇ ਅੰਦਰ ਸਾਡੇ ਇੱਕ ਮੂਰਤ ਘੜੀ ਜਾਂਦੀ ਹੈ। 3 ਤਰ੍ਹਾਂ ਦਾ ਸਰੀਰ ਮੰਨਿਆ ਹੈ। ਇੱਕ ਜਿਹੜਾ ਸਾਹਮਣੇ ਹੈ ਅਸਥੂਲ ਸਰੀਰ, ਇਸ ਤੋਂ ਇੱਕ ਅਲੱਗਾ ਹੈ ਸੂਖਸ਼ਮ ਸਰੀਰ ਜਿਸ ਦਾ ਲੇਖਾ ਜੋਖਾ ਹੁੰਦਾ ਹੈ ਪਰਲੋਕ ਵਿੱਚ ਜੋ ਜਾਂਦਾ ਹੈ, ਅਤੇ ਤੀਸਰਾ ਹੈ ਅਗਿਆਨ ਜਿਸ ਕਰਕੇ ਸਾਨੂੰ ਵਾਹਿਗੁਰੂ ਤੋਂ ਅਸੀਂ ਭੁੱਲੇ ਹਾਂ। ਕਹਿਣ ਲੱਗੇ ਇਹ ਦੁਨੀ ਚੰਦ ਤੇਰਾ ਬਾਪ ਬਘਿਆੜ ਦੀ ਜੋਨ ਵਿੱਚ 5 ਕੋਹ ਦੀ ਦੂਰੀ 'ਤੇ ਬੈਠਾ ਹੈ। ਲੈ ਆਹਾਰ ਤੁਮ ਤੇ ਥਾਂ ਜਾਵਹੁ, ਤੂੰ ਆਹਾਰ ਲੈ ਕੇ ਨਾ ਉਹਦਾ ਭੋਜਨ ਲੈ ਕੇ ਇੱਥੋਂ ਜਾ, ਵਿਚਾਰਾ ਭੁੱਖਾ ਹੈ ਤੇਰਾ ਬਾਪ, ਉਹਨੂੰ ਛਕਾ ਕੇ ਆਪਦੇ ਹੱਥੀਂ ਛਕਾ ਕੇ ਆ। ਦੇਖ ਸਰੂਪ ਨਾ ਮਨ ਡਰ ਪਾਵਹੁ, ਉਹ ਬਘਿਆੜ ਹੈ ਪਰ ਚੇਤੇ ਰੱਖੀ ਤੂੰ ਉਹਨੂੰ ਦੇਖ ਕੇ ਡਰੀ ਨਾ, ਉਹ ਤੇਰੇ ਤਾਈਂ ਕੁਛ ਨਹੀਂ ਆਖੇਗਾ ਕਿਉਂਕਿ ਉਹਨੂੰ ਤੈਨੂੰ ਵੇਖ ਕੇ ਪਛਾਣ ਆ ਜਾਣੀ ਹੈ। ਤੂੰ ਡਰੀ ਨਾ ਉਹਦੇ ਕੋਲੋਂ, ਉਹਦਾ ਚਿਹਰਾ ਮੋਹਰਾ ਦੇਖ ਕੇ, ਕਿਉਂਕਿ ਬਘਿਆੜ ਦੇਖਣੇ ਕਰਕੇ ਬੜਾ ਭਿਆਨਕ ਹੈ, ਖਤਰਨਾਕ ਹੈ। ਡਰੀ ਨਾ ਪਰ ਉਹਦੇ ਕੋਲੋਂ, ਤੂੰ ਉਹਨੂੰ ਵੇਖ ਕੇ ਕੁਛ ਵੀ ਨਾ ਕਹੀਂ, ਨਾ ਡਰੀ ਅਤੇ ਨਾ ਹੀ ਭੱਜੀ। ਉਹਨੂੰ ਦੇਖੀ ਜਦੋਂ ਜਾਂਦੇ ਸਾਰ ਦੁਨੀ ਚੰਦ ਤੇਰੇ ਦਰਸ਼ਨ ਕੋ ਜਬ ਹੇਰੇ। ਇਹ ਦੁਨੀ ਚੰਦ ਤੇਰੇ ਤਾਈਂ ਅਸੀਂ ਇੱਕ ਗਜ਼ਬ ਦੀ ਗੱਲ ਦੱਸਦੇ ਹਾਂ।
ਤੂੰ ਹੁਣ ਸਾਡੇ ਦਰਸ਼ਨ ਕਰਕੇ ਚੱਲਿਆ ਹੈ ਨਾ, ਹੁਣ ਤੇਰੇ ਤਾਈਂ ਜਦੋਂ ਉਹ ਬਘਿਆੜ ਦੇਖੇਗਾ, ਤੇਰੇ ਦਰਸ਼ਨ ਕਰਕੇ ਮਾਨੁਖ ਦੇਹ ਧਰੈ ਤਿਸ ਬੇਰੇ, ਉਹ ਮਨੁੱਖਾਂ ਵਾਲਾ ਤਨ ਧਾਰੇਗਾ, ਸੂਖਸ਼ਮ ਦੇਹੀ ਵਿੱਚ ਆ ਜਾਏਗਾ। ਕਿਉਂਕਿ ਸੂਖਸ਼ਮ ਦੇਹੀ ਜਿਹੜੀ ਹੈ ਉਹ ਇੰਝ ਲੱਗਦੀ ਹੈ ਜਿਵੇਂ ਕੋਈ ਧੁੰਦ ਵਿੱਚ ਮਨੁੱਖ ਖੜਾ ਹੋਏ। ਧੁੰਦਲਾ ਜਿਹਾ ਸਰੀਰ ਹੁੰਦਾ ਹੈ, ਥੋੜ੍ਹਾ ਥੋੜ੍ਹਾ ਦਿਸਦਾ ਹੈ, ਥੋੜ੍ਹਾ ਥੋੜ੍ਹਾ ਨਹੀਂ ਵੀ ਦਿਸਦਾ। ਇਹ ਜਿਹੜੇ ਮਨੁੱਖ ਜਾਣਦੇ ਉਹਨੂੰ ਪਤਾ ਹੋਵੇਗਾ। ਕਈ ਵਾਰ ਸੁਪਨੇ ਵਿੱਚ ਕਈ ਜਿਹੜੇ ਗਏ ਗੁਜ਼ਰੇ ਮਨੁੱਖ ਹੁੰਦੇ ਉਹ ਦਿਸ ਪੈਂਦੇ ਹੈ, ਸੁਭਾਵਿਕ ਹੈ। ਉਹ ਪੂਰੇ ਨਹੀਂ ਦਿਸਣਗੇ, ਥੋੜ੍ਹੇ ਥੋੜ੍ਹੇ ਧੁੰਦਲੇ ਦਿਸਣਗੇ, ਪਰ ਹੈ ਉਹ ਸੂਖਸ਼ਮ ਦੇਹੀ ਹੈ। ਸਤਿਗੁਰੂ ਕਹਿਣ ਲੱਗੇ, ਇਹ ਦੁਨੀ ਚੰਦ ਤੇਰਾ ਬਾਪ ਤੈਨੂੰ ਦੇਖ ਕੇ ਨਾ ਆਪਦੀ ਸੂਖਸ਼ਮ ਦੇਹੀ ਵਿੱਚ ਆ ਜਾਏਗਾ ਅਤੇ ਫਿਰ ਤੇਰੇ ਤਾਈਂ ਉਹ ਦਰਸ਼ਨ ਦੇਵੇਗਾ। ਸਾਡਾ ਚਿਹਰਾ ਤੂੰ ਦੇਖ ਕੇ ਗਿਆ ਹੈ ਨਾ, ਗੁਰੂ ਦੇ ਚਿਹਰੇ ਕਰਕੇ ਹੁਣ ਤੇਰੇ ਤਾਈਂ ਇਹ ਬਲ ਆ ਗਿਆ ਹੈ ਕਿ ਹੁਣ ਤੂੰ ਵੀ ਜਦੋਂ ਉਹਨੂੰ ਦੇਖੇਗਾ ਤੇਰੇ ਦਰਸ਼ਨ ਉਹ ਕਰੇਗਾ। ਉਹ ਆਪਦੇ ਤਨ ਨੂੰ ਤਿਆਗ ਦੇਵੇਗਾ, ਉਹ ਤਨ ਤਿਆਗ ਕੇ ਮਨੁੱਖਾਂ ਵਾਲਾ ਤਨ ਧਾਰ ਲਏਗਾ। ਦੁਨੀ ਚੰਦ ਅਚਰਜ ਉਰ ਧਰਿਓ। ਦੁਨੀ ਚੰਦ ਹੋਰ ਹੈਰਾਨ ਹੋ ਰਿਹਾ, ਮਨੁੱਖਾਂ ਵੱਲ ਤਨ ਕਿਵੇਂ ਧਾਰਿਆ ਜਾ ਸਕਦਾ ਹੈ? ਪਰ ਧਾਰਿਆ ਜਾ ਸਕਦਾ ਹੈ। ਕਿਵੇਂ ਧਾਰਿਆ ਜਾ ਸਕਦਾ ਹੈ? ਜਿਹੜੀ ਅੰਦਰ ਦੇਹੀ ਹੈ ਨਾ, ਸੂਖਸ਼ਮ ਦੇਹੀ, ਸੂਖਸ਼ਮ ਸਰੀਰ, ਉਹ ਬਾਹਰ ਕੱਢਿਆ ਜਾ ਸਕਦਾ ਹੈ। ਕਿਵੇਂ ਕੱਢਿਆ ਜਾ ਸਕਦਾ ਹੈ? ਆਪਾਂ ਨੂੰ ਸ਼ਾਇਦ ਪਤਾ ਹੋਏ, ਬਾਬਾ ਰਾਮ ਰਾਏ ਹੋਏ ਹੈ ਗੁਰੂ ਹਰਿਰਾਏ ਸਾਹਿਬ ਜੀ ਦੇ ਵੱਡੇ ਸਪੁੱਤਰ। ਇਹਨਾਂ ਨੂੰ ਸਤਿਗੁਰਾਂ ਨੇ ਇੰਨੇ ਵਰ ਦਿੱਤੇ ਸੀ ਬਾਬਾ ਰਾਮ ਰਾਏ ਜੀ ਨੂੰ ਕਿ ਉਹਨਾਂ ਵਰਾਂ ਵਿੱਚੋਂ ਇੱਕ ਇਹੋ ਜਿਹਾ ਵਰ ਵੀ ਸੀ ਇਹਨਾਂ ਨੂੰ, ਆਪਦੇ ਸਰੀਰ ਨੂੰ ਕਦੇ ਵੀ ਛੱਡ ਕੇ ਚਲੇ ਜਾਂਦੇ ਸੀ। ਇੱਕ ਵਾਰੀ ਇਸ ਤਰ੍ਹਾਂ ਹੋਇਆ ਸੀ, ਮਸੰਦਾਂ ਨੂੰ ਕਿਹਾ ਇਹਨਾਂ ਨੇ ਕਿ ਇਹ ਮਸੰਦੋ ਅਸੀਂ ਹੁਣ 7 ਦਿਨ ਆਪਦੇ ਸਰੀਰ ਵਿੱਚ ਨਹੀਂ ਵੜਨਾ ਹੈ ਅਤੇ ਤੁਸੀਂ ਸਾਡੇ ਸਰੀਰ ਨੂੰ ਸਾਂਭ ਕੇ ਰੱਖਿਓ। ਪਰ ਉਹ ਬੇਈਮਾਨ ਸਨ ਮਸੰਦ, ਕਿਉਂਕਿ ਜਿਨ੍ਹਾਂ ਨੂੰ ਲਾਲਸਾ ਹੁੰਦੀ ਹੈ ਗੱਦੀ ਲੈਣੇ ਦੀ, ਵਡਿਆਈ ਲੈਣੇ ਦੀ, ਉਹ ਵੱਡਾ ਨਿੱਕਾ ਨਹੀਂ ਦੇਖਦੇ ਹੈ। 7 ਦਿਨਾਂ ਦਾ ਭਰੋਸਾ ਦਿਲਾ ਕੇ ਬਾਬਾ ਰਾਮ ਰਾਏ ਜੀ ਤੇ ਸਰੀਰ ਵਿੱਚੋਂ ਨਿਕਲ ਗਏ ਸੀ ਸੂਖਸ਼ਮ ਦੇਹੀ ਲੈ ਕੇ, ਪਰ ਇਕੱਲਾ ਸਰੀਰ ਰਹਿ ਗਿਆ ਸੀ, ਲੋਥ ਪਈ ਸੀ। ਹੁਣ ਮਸੰਦਾਂ ਨੇ ਸੋਚਿਆ ਵੀ ਹੁਣ ਤਾਂ ਇਹਨੇ ਆਉਣਾ ਨਹੀਂ ਹੈ। ਫਿਰ ਉਹਨਾਂ ਨੇ ਬਾਬਾ ਰਾਮ ਰਾਏ ਜੀ ਦੇ ਸਰੀਰ ਨੂੰ ਸਾੜ ਦਿੱਤਾ ਸੀ ਅਤੇ ਫਿਰ ਉਹ ਜਿਹੜੀ ਰੂਹ ਨੂੰ ਉਸੇ ਵੇਲੇ ਇਹ ਸੰਕੇਤ ਹੋ ਗਿਆ ਸੀ, ਕਿਉਂਕਿ ਇਹਨਾਂ 'ਤੇ ਫਿਰ ਗਿਆਨ ਹੋਣਾ ਹੀ ਹੈ ਜਦੋਂ ਸਰੀਰ ਵਿੱਚੋਂ ਨਿਕਲਿਆ ਹੈ। ਉਸੇ ਵੇਲੇ ਬਾਬਾ ਰਾਮ ਰਾਏ ਆਏ ਅਤੇ ਸਰੀਰ ਸੜਦਾ ਪਿਆ ਸੀ। ਉਸ ਵੇਲੇ ਉਹਨਾਂ ਨੇ ਬੜਾ ਯਤਨ ਕੀਤਾ ਰੋਕਣੇ ਦਾ, ਪਰ ਹੁਣ ਸਰੀਰ ਵਿੱਚ ਵੜਿਆ ਨਹੀਂ ਸੀ ਜਾ ਸਕਦਾ ਕਿਉਂਕਿ ਅੱਗ ਲੱਗ ਗਈ ਸੀ ਹੁਣ ਸਰੀਰ ਨੂੰ। ਫਿਰ ਇਹ ਗੱਲ ਕਹੀ ਸੀ ਉਹਨਾਂ ਨੇ ਕਿ ਮੇਰੇ ਸਰੀਰ ਨੂੰ ਸਾੜਨ ਵਾਲਿਓ, ਤੁਹਾਡੇ ਕੋਲੋਂ ਗੁਰੂ ਗੋਬਿੰਦ ਸਿੰਘ ਬਦਲਾ ਲੈਣਗੇ। ਇਸੇ ਤਰ੍ਹਾਂ ਫਿਰ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਸੰਦ ਜੀਂਦੇ ਸਾੜੇ ਸੀ ਕੜਾਹੇ ਵਿੱਚ ਪਾ ਪਾ ਕੇ। ਇਹ ਬੜੀ ਗੱਲ ਉਦੋਂ ਦੁਰਲੱਭ ਹੋਈ ਸੀ ਉਸ ਵੇਲੇ। ਅਤੇ ਇਸ ਤਰ੍ਹਾਂ ਸਤਿਗੁਰੂ ਜੀ ਕਹਿ ਰਹੇ ਹੈ, ਇਹ ਦੁਨੀ ਚੰਦ ਤੇਰੇ ਵੱਲ ਵੇਖ ਕੇ ਨਾ ਤੇਰਾ ਬਾਪ ਸਰੀਰ ਧਾਰ ਲਏਗਾ ਸੂਖਸ਼ਮ, ਆਪਦੀ ਬਘਿਆੜ ਵਾਲੀ ਜੋਨੀ ਵਿੱਚੋਂ ਬਾਹਰ ਆ ਜਾਏਗਾ ਅਤੇ ਫਿਰ ਤੇਰੇ ਤਾਈਂ ਦੇਖੇਗਾ। ਜਹਾਂ ਬਤਾਇਓ ਕਿਰਪਾ ਨਿਧਾਨਾ, ਜਿੱਥੇ ਸਤਿਗੁਰਾਂ ਨੇ ਦੱਸਿਆ ਸੀ ਨਾ ਕਿ ਆਹ ਰਸਤਾ ਹੈ, ਇਸ ਜਗ੍ਹਾ 'ਤੇ ਬੈਠਾ ਹੈ, ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਨੇ ਸਾਰਾ ਨਕਸ਼ਾ ਦੱਸ ਦਿੱਤਾ ਸੀ ਕਿ ਫਲਾਣੀ ਜਗ੍ਹਾ 'ਤੇ ਬੈਠਾ ਹੈ। ਫਿਰ ਤਾਂ ਦੇਖਿਓ ਤਹਾਂ ਜਾਏ ਸੋ ਥਾਨਾ। ਵਾਕਈ ਜਦੋਂ ਦੇਖਿਆ ਹੈ ਇਨ ਬਿਨ ਉਸੇ ਤਰ੍ਹਾਂ ਜਿਵੇਂ ਸਤਿਗੁਰਾਂ ਨੇ ਕਿਹਾ ਸੀ ਨਾ, ਉਸੇ ਤਰ੍ਹਾਂ ਜਦੋਂ ਦੇਖਿਆ ਜਾ ਕੇ ਬਿਕ ਬਿਲੋਕ ਝਾਰ ਮਹਿ ਜਬ ਹੀ, ਦੇਖਿਆ ਹੈ ਬਘਿਆੜ ਬੈਠਾ ਹੋਇਆ ਹੈ। ਬਘਿਆੜ ਕੀ ਹੈ? ਬਾਘ, ਜਿਹਨੂੰ ਬਾਘ ਵੀ ਕਹਿ ਦਿੰਦੇ ਹਿੰਦੀ ਵਿੱਚ। ਇਹ ਬਘਿਆੜ ਜਦੋਂ ਦੇਖਿਆ ਹੈ ਨਾ ਸਾਹਮਣੇ, ਅਤੇ ਦੇਖ ਕੇ ਦੁਨੀ ਚੰਦ ਕੋ ਰਿਹਾ ਨਹੀਂ ਗਿਆ ਹੈ, ਕਿਉਂਕਿ ਪਤਾ ਲੱਗ ਗਿਆ ਵੀ ਹੈ ਤਾਂ ਮੇਰਾ ਬਾਪ ਹੀ ਹੈ ਨਾ, ਭਾਵੇਂ ਹੁਣ ਜੌਨ ਬਦਲੀ ਹੈ, ਅੰਦਰ ਤੇ ਉਹ ਹੀ ਹੈ ਨਾ। ਇਹ ਦੇਖ ਕੇ ਦੁਨੀ ਚੰਦ ਕੋ ਰਿਹਾ ਨਾ ਗਿਆ। ਕੀ ਕੀਤਾ? ਕਰੀ ਦੂਰ ਤੇ ਬੰਧਨ ਤਬ ਹੀ, ਦੂਰੋਂ ਹੀ ਮੱਥਾ ਟੇਕ ਦਿੱਤਾ ਹੈ, ਦੰਡਵਤ ਮੱਥਾ ਟੇਕ ਦਿੱਤਾ ਆਪਦੇ ਪਿਤਾ ਨੂੰ। ਸਿਆਣੇ ਜਿਹੜੇ ਗੁਰਸਿੱਖ ਹੁੰਦੇ ਹੈ, ਮਾਂ ਬਾਪ ਦੀ ਸਦਾ ਆਗਿਆ ਕਰਦੇ ਹੈ ਔਰ ਸਦਾ ਹੀ ਆਗਿਆ ਵਿੱਚ ਚੱਲਦੇ ਹੈ। ਇਸੇ ਤਰ੍ਹਾਂ ਤ੍ਰੇਤੇ ਯੁੱਧ ਅਵਤਾਰ ਜਿਹੜੇ ਹੋਏ ਰਾਮ ਚੰਦਰ ਜੀ, ਉਹਨਾਂ ਨੇ ਗੁਰੂ ਦੇ ਕੋਲੋਂ ਆਸ਼ੀਰਵਾਦ ਬਾਅਦ 'ਚ ਲੈਂਦੇ ਸੀ, ਪਹਿਲਾਂ ਆਪਦੇ ਮਾਂ ਬਾਪ ਦਾ ਆਸ਼ੀਰਵਾਦ ਲਿਆ ਕਰਦੇ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਗੁਜਰੀ ਜੀ ਦੀ ਆਗਿਆ ਵਿੱਚ ਹਮੇਸ਼ਾ ਰਹੇ ਹੈ। ਅਤੇ ਸਤਿਗੁਰੂ ਦੀਨ ਦੁਨੀਆ ਦੇ ਵਾਲੀ ਜਗਤ ਗੁਰੂ ਨਾਨਕ ਦੇਵ ਮਹਾਰਾਜ ਦੇ ਬਾਰੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਤਾ ਦੇ ਡਰ ਦੇ ਮਾਰੇ ਸਤਿਗੁਰੂ ਸੱਚੇ ਪਾਤਸ਼ਾਹ ਘਰ ਨਹੀਂ ਸੀ ਵੜੇ। ਬਾਬੇ ਭਾਈ ਬਾਲੇ ਜੀ ਦੇ ਖੂਹ ਦੇ ਵਿਖੇ ਬੈਠ ਗਏ ਸੀ ਡਰ ਦੇ ਮਾਰੇ ਕਿ ਬਾਪ ਗਾਲਾਂ ਕੱਢੇਗਾ। ਇੰਨਾ ਸਤਿਕਾਰ ਸੀ ਸਤਿਗੁਰਾਂ ਦੇ ਪ੍ਰਤੀ, ਸਤਿਗੁਰਾਂ ਦੇ ਹਿਰਦੇ ਵਿੱਚ ਬਾਪ ਦੇ ਪ੍ਰਤੀ। ਅਤੇ ਇਸੇ ਤਰ੍ਹਾਂ ਦੁਨੀ ਚੰਦ ਨੇ ਵੀ ਕੀਤਾ ਹੈ। ਜਾਂਦੇ ਸਾਰ ਭਾਵੇਂ ਦੇਖਿਆ ਹੈ ਬਘਿਆੜ ਦੀ ਜੋਨ ਹੈ, ਪਰ ਫਿਰ ਵੀ ਜਾਣਿਆ ਹੈ ਤੇ ਮੇਰਾ ਬਾਪ ਹੀ ਹੈ ਨਾ, ਭਾਵੇਂ ਕਿਹੋ ਜਿਹਾ ਹੈ। ਜਾਂਦੇ ਸਾਰ ਮੱਥਾ ਟੇਕਿਆ ਦੁਨੀ ਚੰਦ ਕੋ 300 ਨਿਹਾਰਾ। ਜਦੋਂ ਦੁਨੀ ਚੰਦ ਨੂੰ ਬਘਿਆੜ ਨੇ ਦੇਖਿਆ ਹੈ ਨਾ, ਅਤੇ ਦੇਖ ਕੇ ਉਸੇ ਵੇਲੇ
ਅੱਖਾਂ ਨਾਲ ਜਦੋਂ ਅੱਖਾਂ ਮਿਲੀਆਂ ਹਨ ਤਾਂ ਤਤਛਿਨ ਮਾਨੁਖ ਤਨ ਕੋ ਧਾਰਾ, ਉਸੇ ਵੇਲੇ ਆਪ ਦੀ ਬਘਿਆੜ ਵਾਲੀ ਜੌਨ ਵਿੱਚੋਂ ਬਾਹਰ ਆ ਕੇ ਨਾ ਸੂਖਸ਼ਮ ਦੇਹੀ ਵਿੱਚ ਆ ਗਿਆ ਹੈ। ਤੇ ਕੀ ਹੋ ਗਿਆ? ਧਰ ਕਰ ਪਾਏ ਇਸ ਪਾਤਰ ਅਗਾਰੀ। ਦੁਨੀ ਚੰਦ ਨੇ ਘਰੋਂ ਖੀਰ ਦਾ ਲੈ ਕੇ ਗਿਆ ਸੀ ਬਰਤਨ ਭਰ ਕੇ। ਉਹਨੂੰ ਪਤਾ ਸੀ ਭਾਵੇਂ ਹੁਣ ਬਘਿਆੜ ਦੀ ਜੌਨ ਵਿੱਚ ਹੈ ਪਰ ਹੈ ਤੇ ਮੇਰਾ ਬਾਪ ਹੈ। ਆਪਦੀ ਭਾਵਨਾ ਨਾਲ ਉਹ ਕਹਿੰਦਾ ਸੀ ਮੈਂ ਬਾਪ ਨੂੰ ਖੀਰ ਹੀ ਖਵਾਵਾਂਗਾ। ਤੇ ਫਿਰ ਉਹ ਖੀਰ ਦਾ ਬਰਤਨ ਲੈ ਕੇ ਗਿਆ ਸੀ ਘਰੋਂ ਭਰ ਕੇ। ਹਿਤ ਬੂਝਨ ਕੇ ਗਿਰਾ ਉਚਾਰੀ। ਪੁੱਛਣ ਵਾਸਤੇ ਦੁਨੀ ਚੰਦ ਨੇ ਆਖਿਆ, ਐ ਪਿਤਾ ਜੀ ਕੀ ਹੋ ਗਿਆ ਐਸਾ? ਇਹ ਕੀ ਕਾਰਨ ਹੋ ਗਿਆ? ਤੁਮ ਧਰਮਾਤਮ ਕੋ ਸਭ ਭਾਂਤੀ। ਤੁਸੀਂ ਤੇ ਬੜੇ ਵੇਦ ਪਾਠੀ ਸੀ, ਸ਼ਾਸਤਰਾਂ ਦੇ ਗਿਆਤੇ ਸੀ, ਮਹਾਨ ਪੰਡਿਤ ਸੀ ਤੁਸੀਂ ਤਾਂ। ਇਹ ਕੀ ਹੋ ਗਿਆ? ਗਜਬ ਦੀ ਗੱਲ ਹੋਈ। ਤੁਸੀਂ ਇੰਨੇ ਧਰਮਾਤਮਾ ਹੋਣ ਦੇ ਬਾਵਜੂਦ ਵੀ ਫਿਰ ਇਹ ਜੋਨੀ ਵਿੱਚ ਕਿਉਂ ਆ ਗਏ? ਸ਼ੁਭ ਕਾਰਜ ਮਹਿ ਮਤ ਦਿਨ ਰਾਤੀ। ਤੁਸੀਂ ਤੇ ਸਾਰੇ ਸ਼ੁਭ ਕਰਮ ਵੀ ਕਰਦੇ ਸੀ, ਕੋਈ ਮਾੜਾ ਕਰਮ ਵੀ ਨਹੀਂ ਸੀ ਕਰਦੇ। ਮੈਂ ਦੇਖਿਆ ਤੁਹਾਨੂੰ, ਤੁਸੀਂ ਕਦੇ ਕਿਸੇ ਨਾਲ ਬੁਰਾ ਵਿਵਹਾਰ ਨਹੀਂ ਕੀਤਾ, ਕਦੇ ਕਿਸੇ ਨੂੰ ਗਾਲ ਨਹੀਂ ਕੱਢੀ, ਸਦਾ ਹੀ ਵਾਹਿਗੁਰੂ ਦਾ ਨਾਮ ਜਪਦੇ ਸੀ। ਇਹ ਕੀ ਭਾਣਾ ਵਰਤ ਗਿਆ? ਕਿਉਂ ਕਰ ਦੇਹ ਬ੍ਰਿਕ ਕੀ ਪਾਈ। ਕਿਵੇਂ ਕਰਕੇ ਤੁਸੀਂ ਇਹ ਬਘਿਆੜ ਦੀ ਜੋਨੀ ਪਾ ਲਈ ਹੈ? ਮੈਨੂੰ ਸਮਝ ਨਹੀਂ ਲੱਗੀ ਹੈ। ਇਹ ਕੀ ਹੋ ਗਿਆ ਹੈ ਕਿ ਵਾਹਿਗੁਰੂ ਦਾ ਨਾਮ ਜਪਣੇ ਕਰਕੇ ਵੀ ਜੋਨਾਂ ਵਿੱਚ ਭਟਕਣਾ ਪੈਂਦਾ ਹੈ? ਫਿਰ ਤਾਂ ਸੰਸਾ ਉੱਠ ਗਿਆ ਨਾ, ਉੱਠਣਾ ਹੀ ਸੀ। ਕਿਉਂਕਿ ਜਿਹੜਾ ਆਪ ਨਾਮ ਜਪਦਾ ਹੋਏ ਤੇ ਫਿਰ ਦੂਸਰਾ ਜਦੋਂ ਇਹੋ ਜਿਹਾ ਦਾ ਹਾਲਤ ਦੇਖੇ ਮਨ ਵਿੱਚ ਆ ਹੀ ਜਾਂਦਾ ਹੈ। ਇੰਨਾ ਨਾਮ ਜਪਦਾ ਫਿਰ ਵੀ ਇਹੋ ਜਿਹੀ ਹਾਲਤ ਦੇਖ ਕੇ ਕਹਿਣ ਲੱਗਾ, ਇਹ ਬਾਪ ਜੀ ਪਿਤਾ ਜੀ ਇਹ ਕੀ ਕੌਤਕ ਹੋ ਗਿਆ ਹੈ? ਦੱਸੋ ਮੇਰੇ ਤਾਈਂ ਇਹ ਪ੍ਰਸੰਗ ਮੁਝ ਦੇਹੋ ਸੁਣਾਈ। ਇਹ ਸਾਰਾ ਪ੍ਰਸੰਗ ਮੇਰੇ ਤਾਈਂ ਸੁਣਾਵੋ ਹਾਂ ਭਲਾ। ਕੀ ਕਾਰਨ ਹੋਇਆ ਸੀ ਤੁਸੀਂ ਜੋ ਇਸ ਤਨ ਨੂੰ ਧਾਰਿਆ ਹੈ ਬਘਿਆੜ ਦੀ ਜੌਨ ਵਿੱਚ ਪੈ ਗਏ? ਕੀ ਭਾਣਾ ਵਰਤਿਆ? ਅਬ ਬ੍ਰਿਕ ਦੇਹ ਤਜੀ ਜੈ ਹੈ ਜੈਸੇ। ਹੁਣ ਤੁਸੀਂ ਮੈਨੂੰ ਦੇਖਦਿਆਂ ਸਾਰ ਤਤਛਿਨ ਹੀ ਆਪਦਾ ਸਰੀਰ ਤਿਆਗ ਦਿੱਤਾ। ਕੀ ਹੋ ਗਿਆ ਐਸਾ? ਮੈਨੂੰ ਸਮਝ ਨਹੀਂ ਲੱਗਦੀ ਪਈ ਸਾਰਾ ਕੁਛ। ਪਹਿਲੇ ਮੈਨੂੰ ਬ੍ਰਾਹਮਣਾਂ ਨੇ ਆਖਿਆ, ਕਹਿੰਦੇ ਸੀ ਤੇਰਾ ਬਾਪ ਤੇ ਭੁੱਖਾ ਹੈ, ਉਹ ਮੇਰੇ ਘਰੋਂ ਭੋਜਨ ਛਕ ਗਏ। ਉਹ ਮੈਨੂੰ ਕਹਿੰਦੇ ਤੇਰਾ ਬਾਪ ਰੱਜ ਗਿਆ ਹੈ। ਫਿਰ ਨਵੀਂ ਗੱਲ ਪਤਾ ਲੱਗੀ, ਸਤਿਗੁਰੂ ਨਾਨਕ ਦੇਵ ਜੀ ਨੇ ਆਖਿਆ ਕਿ ਤੇਰਾ ਬਾਪ ਤੇ ਹਲੇ ਭੁੱਖਾ ਹੈ, 3 ਦਿਨਾਂ ਤੋਂ ਭੁੱਖਾ ਵਿਚਾਰਾ ਤਰਲੇ ਲੈ ਰਿਹਾ ਹੈ। ਮੈਂ ਉਹਨਾਂ ਦੀ ਆਗਿਆ ਮੰਨ ਕੇ ਹੁਣ ਤੁਹਾਡੇ ਕੋਲ ਆਇਆ ਹਾਂ। ਹੁਣ ਹੋਰ ਹੈਰਾਨੀ ਵਾਲੀ ਗੱਲ ਹੋਈ, ਮੈਨੂੰ ਦੇਖ ਕੇ ਤੁਸੀਂ ਉਸੇ ਵੇਲੇ ਸਰੀਰ ਤਿਆਗ ਦਿੱਤਾ, ਆਪਦੀ ਸੂਖਸ਼ਮ ਦੇਹੀ ਵਿੱਚ ਆ ਗਏ ਹੋ। ਇਹ ਕੀ ਹੋ ਗਿਆ ਹੈ? ਸਾਰੀ ਗੱਲ ਦੱਸੋ। ਬੋਲਿਓ ਤਬ ਸੋ ਸੁਨੋ ਬਿਰਤਾਂਤਾ। ਫਿਰ ਤਾਂ ਦੁਨੀ ਚੰਦ ਦਾ ਜਿਹੜਾ ਬਾਪ ਹੈ ਨਾ ਉਹ ਬੋਲਿਆ ਹੈ, ਕਹਿਣ ਲੱਗਾ, ਸੁਣ ਐ ਮੇਰੇ ਪੁੱਤਰ, ਜਿਉਂ ਬੀਤੀ ਮਮ ਪਾਸ਼ਲ ਬਾਤਾ। ਮੈਂ ਜਦੋਂ ਤੈਨੂੰ ਦੱਸਦਾ ਹਾਂ, ਜਦੋਂ ਮੈਂ ਤੇਰਾ ਬਾਪ ਸੀ ਨਾ, ਜਦੋਂ ਮੈਂ ਮਨੁੱਖਾ ਦੇਹੀ ਵਿੱਚ ਸੀ, ਉਦੋਂ ਦੀ ਗੱਲ ਸੁਣ ਮੇਰੇ ਕੋਲੋਂ। ਦੋਹਰਾ ਮ੍ਰਿਤੂ ਸਮਾਂ ਜਬ ਮੁਝ ਭਇਓ, ਤਬ ਇੱਕ ਨਰ ਤਿਹ ਥਾਨ। ਜਦੋਂ ਮੇਰਾ ਅੰਤ ਵੇਲਾ ਆਇਆ ਸੀ ਨਾ, ਜਦੋਂ ਅੰਤ ਵੇਲਾ ਆ ਗਿਆ, ਮੌਤ ਦਾ ਸਮਾਂ ਨਿਕਟ ਆ ਗਿਆ ਸੀ, ਤੇ ਨੇੜੇ ਇੱਕ ਮਨੁੱਖ ਸੀ, ਸਾਡੇ ਘਰ ਦੇ ਨੇੜੇ ਸੀ। ਤੂੰ ਸ਼ਾਇਦ ਦੇਖਿਆ ਹੋਏਗਾ ਉਸਨੂੰ। ਕਹਿਣ ਲੱਗਾ, ਨਹੀਂ ਅੱਬਾ ਮੈਂ ਨਹੀਂ ਦੇਖਿਆ ਹੈ। ਕੌਣ ਹੈ? ਦੱਸਣ ਲੱਗਾ ਫਿਰ, ਮੀਨ ਮਾਸ ਰੀਂਦਤ ਹੁਤੋ ਤੇ ਤੁਨ ਸੁਣ ਕਰ ਕਾਨ। ਸਾਡੇ ਨੇੜੇ ਘਰ ਦੇ ਇੱਕ ਹੱਟ ਹੈ ਨਾ, ਉਹ ਹੱਟ ਦੇ ਵਿੱਚ ਬੰਦਾ ਕੋਈ ਮੱਛੀ ਰਹਿੰਦਾ ਪਿਆ ਸੀ। ਉਹ ਮੱਛੀ ਦੀ ਬੜੀ ਸੁਗੰਧੀ ਮੈਨੂੰ ਆ ਰਹੀ ਸੀ। ਮੇਰਾ ਚਿੱਤ ਕਰਦਾ ਸੀ ਕਿ ਮੈਨੂੰ ਜੇ ਕਿਤੇ ਮੱਛੀ ਮਿਲ ਜਾਏ ਨਾ ਤੇ ਸਵਾਦ ਆ ਜਾਏ। ਤੇ ਮੈਂ ਤਰਲੇ ਲੈ ਰਿਹਾ ਸੀ, ਉੱਧਰ ਮੇਰੀ ਜਾਨ ਨਿਕਲਦੀ ਜਾਂਦੀ ਸੀ। ਵਾਸ਼ਨਾ ਬਣੀ ਸੀ ਮੱਛੀ ਪਰਥਾਏ। ਕਰਦਾ ਕੀ ਫਿਰ ਮੈਂ? ਵਾਸ਼ਨਾ ਤੇ ਬਚੀ ਰਹੀ, ਸਵਾਸ ਨਿਕਲਦੇ ਜਾ ਰਹੇ ਸਨ। ਵਾਸ਼ਨਾ ਜਵਾਨ ਸੀ, ਸਰੀਰ ਤੇ ਸਥਿਰ ਹੋਣਾ ਅਸਥਲ ਹੋ ਜਾ ਰਿਹਾ ਸੀ, ਸਰੀਰ ਤੇ ਨਾਸ ਹੋ ਰਿਹਾ ਸੀ, ਪਰ ਵਾਸ਼ਨਾ ਤੇ ਓਨੀ ਪ੍ਰਬਲ ਹੁੰਦੀ ਜਾਏ। ਮੈਨੂੰ ਸਮਝ ਨਾ ਲੱਗੀ ਕੁਛ। ਉਸ ਵੇਲੇ ਕੀ ਹੋਇਆ? ਚਉਪਈ ਮਨ ਖਾਵਨ ਕੋ ਮਨ ਲਲਚਾਇਓ। ਮੇਰਾ ਖਾਣ ਨੂੰ ਜੀ ਕੀਤਾ ਕਿ ਜੇਕਰ ਆਹ ਮੱਛੀ ਮੈਨੂੰ ਮਿਲ ਜਾਏ ਨਾ ਤੇ ਮੈਂ ਬੜੇ ਸਵਾਦਾਂ ਨਾਲ ਖਾਵਾਂ। ਚੇਤਾ ਹੀ ਭੁੱਲ ਗਿਆ ਕਿ ਮੇਰੀ ਤੇ ਮੌਤ ਸਾਹਮਣੇ ਖੜੀ ਹੋਈ ਹੈ। ਜਿਵੇਂ ਇੱਕ ਉਦਾਹਰਨ ਮਿਲਦੀ ਹੈ, 2 ਉੱਲੂਆਂ ਨੇ, ਇੱਕ ਨੇ ਸੱਪ ਫੜਿਆ ਹੋਇਆ ਹੈ, ਇੱਕ ਨੇ ਡੱਡੂ ਫੜਿਆ ਹੋਇਆ ਹੈ। ਸੱਪ ਨੂੰ ਇਹ ਨਹੀਂ ਪਤਾ ਹੈ ਕਿ ਮੈਂ ਤੇ ਇਹਨਾਂ ਉੱਲੂਆਂ ਦੇ ਕੋਲੋਂ ਮਰ ਜਾਵਾਂਗਾ, ਮੈਨੂੰ ਦੱਬ ਦੇਣਗੇ, ਮਾਰ ਦੇਣਗੇ। ਪਰ ਸੱਪ ਡੱਡੂ ਨੂੰ ਵੇਖ ਕੇ ਜੀਭਾਂ ਮਾਰ ਰਿਹਾ ਹੈ। ਇਹ ਨਹੀਂ ਪਤਾ ਹੈ ਕਿ ਮੇਰੇ ਸਾਹਮਣੇ ਮੌਤ ਖੜੀ, ਮੈਂ ਤੇ ਮਰ ਜਾਵਾਂਗਾ। ਪਰ ਮੌਤ ਵੇਲੇ ਵੀ ਸਵਾਦ ਦਾ ਡਰ ਹੈ। ਸਵਾਦ, ਮੌਤ ਵੇਲੇ ਵੀ ਸਵਾਦ ਪ੍ਰਭਾਵ ਪਾ ਰਿਹਾ ਹੈ। ਇਸੇ ਤਰ੍ਹਾਂ ਦੁਨੀ ਚੰਦ ਦਾ ਬਾਪ ਕਹਿ ਰਿਹਾ ਹੈ,
ਮੈਨੂੰ ਇਹ ਚੇਤਾ ਹੀ ਭੁੱਲ ਗਿਆ ਕਿ ਮੈਂ ਮਰ ਜਾਵਾਂਗਾ। ਮੇਰੇ ਮਨ ਵਿੱਚ ਇੰਨੀ ਵਾਸ਼ਨਾ ਉੱਠੀ ਕਿ ਮੈਨੂੰ ਮੱਛੀ ਮਿਲੇ ਨਾ ਭਲਾ, ਸਵਾਦ ਹੀ ਆ ਜੇ। ਇੱਦਾਂ ਜਦੋਂ ਮੈਂ ਕੀਤਾ ਸੋ ਮੇਰੋ ਤਬ ਹੱਥ ਨਾ ਆਇਓ, ਮੱਛੀ ਤੇ ਮੇਰੇ ਹੱਥ ਨਾ ਆਈ, ਕਿਉਂਕਿ ਮੱਛੀ ਤੇ ਘਰ ਤੋਂ ਪਰਲੇ ਬੰਨੇ ਸੀ। ਨਾ ਹੀ ਮੇਰਾ ਸੁਨੇਹਾ ਪਹੁੰਚ ਸਕਿਆ, ਨਾ ਹੀ ਮੈਂ ਇਹ ਕਹਿ ਸਕਦਾ ਸੀ ਕਿ ਮੈਨੂੰ ਮੱਛੀ ਖਵਾ ਦੇ। ਉਦੋਂ ਇੰਨੀ ਮੇਰੇ ਵਿੱਚ ਤਾਕਤ ਨਹੀਂ ਸੀ, ਪਰ ਵਾਸ਼ਨਾ ਬਣੀ ਰਹੀ। ਵਾਸ਼ਨਾ ਕਰਕੇ ਭਇਓ ਮ੍ਰਿਤਕ ਇਹ ਦੇਹ ਹੀ ਪਾਈ, ਸਰੀਰ ਛੁੱਟ ਗਿਆ ਅਤੇ ਵਾਸ਼ਨਾ ਕਰਕੇ ਫਿਰ ਮੈਨੂੰ ਬਘਿਆੜ ਦੀ ਜੂਨ ਮਿਲੀ, ਕਿਉਂਕਿ ਬਘਿਆੜ ਦਾ ਆਹਾਰ ਹੀ ਮਾਸ ਖਾਣਾ ਹੈ। ਉਹ ਮਾਸ ਤੋਂ ਇਲਾਵਾ ਕੁਛ ਨਹੀਂ ਖਾਂਦਾ ਹੈ। ਉਹਦੇ ਤਾਂ ਹੀ ਭਾਵੇਂ ਹੋਰ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਦਿਓ, ਉਹਨੇ ਮੂੰਹ ਨਹੀਂ ਲਾਉਣਾ ਹੈ। ਉਹਦਾ ਆਹਾਰ ਹੀ ਮਾਸ ਹੈ। ਪਰ ਮਨੁੱਖ ਹੀ ਇਹੋ ਜਿਹਾ ਹੈ ਜਿਹਨੂੰ ਜੋ ਮਿਲ ਜੇ ਖਾਈ ਜਾਂਦਾ ਹੈ, ਕੁਝ ਨਹੀਂ ਛੱਡਦਾ ਹੈ। ਇੱਥੋਂ ਤੱਕ ਕਿ ਆ ਜਿਹੜੇ ਚੀਨ ਵਾਲੇ ਆ, ਇਹ ਤਾਂ ਛੋਟੇ ਛੋਟੇ ਜਿਹੜੇ ਗੰਦੇ ਮੰਦੇ ਜੀਵ ਆ ਉਹਨਾਂ ਨੂੰ ਵੀ ਛੱਡਦੇ ਨੇ, ਉਹ ਵੀ ਖਾ ਜਾਂਦੇ ਹੈ। ਸੋ ਮਨੁੱਖ ਹੀ ਇਹੋ ਜਿਹਾ ਹੈ ਜਿਹਦੀ ਕੋਈ ਜ਼ੁਬਾਨ ਦਾ ਹਿਸਾਬ ਨਹੀਂ, ਜੋ ਮਿਲੇ ਖਾਈ ਜਾਂਦਾ ਹੈ, ਛੱਡਦਾ ਕੁਛ ਨਹੀਂ। ਪਰ ਉਹ ਸ਼ੇਰ ਜਿਹੜਾ ਹੈ, ਬਘਿਆੜ ਹੈ, ਉਹ ਆਪ ਦੀ ਜੂਨ ਵਿੱਚ ਪੱਕਾ ਹੈ। ਉਹ ਮਾਸ ਤੋਂ ਬਿਨਾਂ ਕੁਛ ਨਹੀਂ ਖਾਂਦਾ ਹੈ। ਕਹਿਣ ਲੱਗੇ ਵਾਸ਼ਨਾ ਕਰਕੇ ਮੈਨੂੰ ਬਘਿਆੜ ਦੀ ਜੂਨ ਮਿਲ ਪਈ, ਰਹੀ ਵਾਸ਼ਨਾ ਠਹਿਰ ਜਹਾਹੀਂ। ਉਹ ਵਾਸ਼ਨਾ ਮੇਰੀ ਬਚੀ ਰਹੀ ਸੀ। ਅੱਜ ਉਹ ਵਾਸ਼ਨਾ ਜਿਹੜੀ ਹੈ ਹੁਣ ਘਟਣ ਲੱਗੀ ਹੈ। ਕਿਉਂ ਘਟਣ ਲੱਗੀ? ਪੂਰਨ ਪੁਰਖ ਤੋਹੇ ਘਰ ਆਵਾ, ਕਿਉਂਕਿ ਪੂਰਨ ਪੁਰਖ ਤੇਰੇ ਘਰ ਆਏ ਹਨ। ਸਤਿਗੁਰੂ ਨਾਨਕ ਦੇਵ ਜੀ ਆਏ ਨੇ, ਜਿਹ ਸਿਮਰਤ ਸਭ ਕਿਲ ਵਿਖ ਨਾਸਹਿ, ਪਿਤਰੀ ਹੋਏ ਉਧਾਰੋ। ਜਿਹੜੇ ਵਾਹਿਗੁਰੂ ਨੂੰ ਯਾਦ ਕਰਕੇ ਸਾਡੇ ਸਾਰੇ ਪਾਪ ਨਾਸ ਹੁੰਦੇ ਨੇ, ਅਤੇ ਫਿਰ ਜਿਹੜੇ ਸਾਡੇ ਵੱਡੇ ਵਡੇਰੇ ਸੰਸਾਰ ਤੋਂ ਚਲੇ ਗਏ ਨਾ, ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ। ਇਹਨਾਂ ਨਾਮ ਵਿੱਚ ਬਲ ਹੈ। ਕਹਿਣ ਲੱਗੇ ਜਿਹੜੇ ਨਾਮ ਕਰਕੇ, ਪ੍ਰਭੂ ਦੇ ਦਰਸ਼ਨਾਂ ਕਰਕੇ ਸਾਡੀ ਤੇ ਕਲਿਆਣ ਹੋਣੀ ਹੈ। ਸਾਡੇ ਵੱਡੇ ਵਡੇਰੇ ਵੀ ਤਰ ਜਾਂਦੇ ਹੈ। ਗੁਰਬਾਣੀ ਵਿੱਚ ਸ਼ਬਦ ਹੈ ਨਾ, ਪ੍ਰਹਿਲਾਦ ਜਨ ਕੇ 21 ਹੀ ਕੁਲ ਉਧਾਰੇ। ਭਗਤ ਪ੍ਰਹਿਲਾਦ ਦੇ 21 ਕੁਲਾਂ ਤਾਰੀਆਂ ਸੀ ਵਾਹਿਗੁਰੂ ਨੇ। ਕਿਵੇਂ ਤਾਰੀਆਂ? ਸੱਤ ਨਾਨਕਿਆਂ ਦੀਆਂ, ਸੱਤ ਦਾਦਕਿਆਂ ਦੀਆਂ ਅਤੇ ਸੱਤ ਸਹੁਰਿਆਂ ਦੀਆਂ। ਇੱਦਾਂ ਕਰਕੇ 21 ਕੁਲਾਂ ਤਾਰੀਆਂ ਸੀ। ਅਤੇ ਇਹ ਜਿਹੜੇ ਨਾਮ ਜਪਦੇ ਆ, ਆਪ ਵੀ ਤਰਦੇ, ਹੋਰਾਂ ਨੂੰ ਵੀ ਤਾਰ ਦਿੰਦੇ ਆ। ਮੰਨੈ ਪਰਿਵਾਰ ਹੈ ਸਾਧਾਰ, ਆਪ ਤੇ ਤਰਦੇ ਹੀ ਹੈ। ਉਹਨਾਂ ਦੀ ਸੁਗੰਧੀ ਲੈ ਕੇ, ਮਹਿਕ ਲੈ ਕੇ ਜਿਹੜਾ ਵੀ ਕੋਲ ਬੈਠੇ ਉਸ 'ਤੇ ਵੀ ਪ੍ਰਭਾਵ ਪੈਂਦਾ ਹੈ। ਕਹਿਣ ਲੱਗੇ ਮੇਰੀ ਵਾਸ਼ਨਾ ਤਾਂ ਹੈ ਸੀ ਮਾਸ ਖਾਣ ਦੀ, ਪਰ ਅੱਜ ਸਾਡੇ ਘਰ ਗੁਰੂ ਨਾਨਕ ਦੇਵ ਜੀ ਆਏ ਨੇ। ਉਹਨਾਂ ਦੇ ਪ੍ਰਤਾਪ ਕਰਕੇ ਤੂੰ ਵੀ ਨਿਰਮਲ ਹੋਇਆ, ਅਤੇ ਤੇਰੇ ਨਿਰਮਲ ਹੋਣੇ ਕਰਕੇ ਮੇਰਾ ਚਿੱਤ ਵੀ ਸ਼ਾਂਤ ਹੋ ਰਿਹਾ ਸੀ। ਹੁਣ ਤੇਰੇ ਦਰਸ਼ਨ ਮੈਂ ਕਰ ਲਏ ਆ, ਕਿਉਂਕਿ ਤੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਆਇਆ ਹੈ। ਤੇਰੇ ਦਰਸ਼ਨ ਕਰਕੇ ਹੁਣ ਮੇਰਾ ਵੀ ਚਿੱਤ ਸ਼ਾਂਤ ਹੋਇਆ ਹੈ। ਪੂਰਨ ਪੁਰਖ ਸਤਿਗੁਰੂ ਘਰ ਆਏ ਹਨ, ਦਰਸ ਪਵਿੱਤਰ ਤਾਹੇ ਤੈ ਪਾਵਾ। ਉਹਨਾਂ ਦੇ ਅੰਮ੍ਰਿਤਮਈ ਦਰਸ਼ਨ ਕਰਕੇ ਤੂੰ ਪਵਿੱਤਰ ਹੋ ਗਿਆ ਹੈ, ਅਤੇ ਤੇਰੇ ਦਰਸ਼ਨ ਕਰਕੇ ਮੈਂ ਵੀ ਪਵਿੱਤਰ ਹੋ ਗਿਆ। ਹੁਣ ਮੇਰੀ ਕਲਿਆਣ ਹੋ ਲੱਗੀ ਹੈ, ਮੈਂ ਮੁਕਤ ਹੋ ਜਾਵਾਂਗਾ ਹੁਣ। ਇੱਦਾਂ ਦੁਨੀ ਚੰਦ ਦਾ ਬਾਪ ਦੁਨੀ ਚੰਦ ਨੂੰ ਦੱਸ ਰਿਹਾ, ਤੇਰੇ ਦਰਸ਼ਨ ਮੈਂ ਕਰ ਲੀਨੇ। ਤੇਰੇ ਦਰਸ਼ਨ ਮੈਂ ਕੀਤੇ ਹੈ, ਇਹ ਦੇਖ ਲੈ ਦੁਨੀ ਚੰਦ, ਇਉਂ ਮਾਨੁਖ ਤਨ ਭਾ ਮਨ ਚੀਨੇ। ਤਾਂ ਕਰਕੇ ਮੈਂ ਉਹ ਬਘਿਆੜ ਦੀ ਜੋਨੀ ਛੱਡ ਦਿੱਤੀ ਉਸੇ ਵੇਲੇ। ਇੰਨਾ ਪ੍ਰਤਾਪ ਹੈ ਗੁਰੂ ਸਾਹਿਬ ਦਾ। ਗੁਰੂ ਸਾਹਿਬ ਦੇ ਕੋਈ ਦਰਸ਼ਨ ਕਰੇ, ਉਹਨਾਂ ਦੀ ਤਾਂ ਗੱਲ ਹੀ ਕੀ ਹੈ। ਗੁਰੂ ਸਾਹਿਬ ਦੇ ਜਿਹੜੇ ਜੁੜੇ ਹੋਏ ਗੁਰੂ ਕੇ ਸਿੱਖ ਹੈ ਨਾ, ਕੋਈ ਉਹਨਾਂ ਦੇ ਦਰਸ਼ਨ ਵੀ ਕਰ ਲੈਣ, ਉਹਨਾਂ ਦੀ ਵੀ ਕਲਿਆਣ ਹੋ ਜਾਂਦੀ ਹੈ। ਜਿਹੜਾ ਭਾਵਨਾ ਨਾਲ ਕਰੇ, ਜਿਹੜਾ ਦੇ ਅੰਦਰ ਖੇਡ ਬਣੀ ਹੋਈ ਹੈ, ਉਹਨਾਂ ਦੇ ਦਰਸ਼ਨ ਹੀ ਪ੍ਰਭਾਵਿਤ ਕਰ ਦਿੰਦੇ ਹੈ, ਜਨਮਾਂ ਜਨਮਾਂ ਦੀ ਮੈਲ ਲਾ ਦਿੰਦੇ ਹੈ। ਇਸ ਵਾਸਤੇ ਕਹਿਣ ਲੱਗੇ ਐ ਦੁਨੀ ਚੰਦ, ਤੇਰੇ ਦਰਸ਼ਨ ਕਰਕੇ ਹੁਣ ਮੈਂ ਵੀ ਨਿਰਮਲ ਹੋ ਗਿਆ। ਪੂਰਬ ਕਰਮ ਜਗੇ ਅਬ ਮੇਰੇ। ਤੂੰ ਜਿਹੜਾ ਸਵਾਲ ਕੀਤਾ ਸੀ ਵੀ ਨਾਮ ਜਪਿਆ ਸੀ, ਧਰਮਾਤਮਿਕ ਕੰਮ ਕੀਤੇ ਸੀ ਸਾਰੇ, ਜਿਨੇ ਤੁਸੀਂ ਧਰਮਾਤਮਾ ਸੀ, ਉਹ ਨਾਮ ਜਪਣੇ ਕਰਕੇ ਤੁਹਾਨੂੰ ਫਲ ਕਿਉਂ ਨਾ ਮਿਲਿਆ? ਆਹ ਹੁਣ ਤੈਨੂੰ ਦੱਸਦੇ ਹਾਂ, ਉਹਨਾਂ ਕਰਮਾਂ ਦਾ ਫਲ ਅੱਜ ਮੈਨੂੰ ਮਿਲਿਆ ਹੈ। ਵਾਸ਼ਨਾ ਕਰਕੇ ਨਵਾਂ ਸਰੀਰ ਮਿਲਿਆ, ਉਹ ਫਲ ਮੈਂ ਭੋਗ ਲਿਆ ਹੈ। ਪਰ ਜਿਹੜੇ ਕਰਮ ਮੈਂ ਕੀਤੇ ਸੀ ਚੰਗੇ, ਉਹਨਾਂ ਦੇ ਫਲਾਂ ਕਰਕੇ ਮੈਨੂੰ ਹੁਣ ਮੁਕਤ ਪ੍ਰਾਪਤ ਹੋਈ ਹੈ, ਮੈਨੂੰ ਮੋਖ ਪਦਵੀ ਮਿਲੀ ਹੈ। ਇਹ ਸੱਚੇ ਪਾਤਸ਼ਾਹ ਦਾ ਨਾਮ ਅਜਾਈ ਨਹੀਂ ਜਾਂਦਾ ਹੈ। ਸੋ ਕਿ ਬਿਸਰਾ ਜੇ ਘਾਲ ਨਾ ਪਾਉਂਦਾ, ਉਹ ਥੋੜ੍ਹੀ ਜਿਹੀ ਘਾਲਣਾ ਵੀ ਅਜਾਈ ਨਹੀਂ ਜਾਣ ਦਿੰਦੇ ਹੈ, ਸਾਰੀ ਘਾਲਣਾ ਤੇਰੀ ਪ੍ਰਵਾਨ ਕਰਦੇ ਹੈ। ਪਰ ਮਨੁੱਖ ਜਿਹੜਾ ਹੈ ਫਜ਼ੂਲ ਵਿੱਚ, ਵਿਅਰਥ ਦੀਆਂ ਘਾਲਣਾ ਵਿੱਚ ਜੁਟਿਆ ਹੋਇਆ ਹੈ। ਜਿਵੇਂ ਕੋਹਲੂ ਦਾ ਬਲਦ ਉੱਥੇ ਆਲੇ ਦੁਆਲੇ ਘੁੰਮੀ ਜਾਂਦਾ ਹੈ, ਉਹਨੂੰ ਲੱਗਦਾ ਸ਼ਾਇਦ ਮੈਂ ਬੜੀ ਦੂਰ ਆ ਗਿਆ ਹੈ, ਪਰ ਅੱਖਾਂ ਖੋਲ੍ਹਦੇ ਜਦੋਂ ਉਹਦੀਆਂ, ਅਤੇ ਫਿਰ ਕੀ ਦੇਖਦਾ, ਉੱਥੇ ਖੜ੍ਹਾ ਹਾਂ। ਜਿਵੇਂ ਇੱਕ ਸ਼ਰਾਬੀ ਸਨ ਮੁੰਡੇ 2-4, ਉਹ ਸ਼ਰਾਬ ਵਿੱਚ ਬੜੇ ਮਸਤ ਹੋਏ, ਕਹਿਣ ਲੱਗੇ ਬੜੀ ਹੁਣ ਹਵਾ ਠੰਡੀ ਚੱਲਦੀ ਪਈ ਹੈ, ਕਿਉਂ ਨਾ ਨਦੀ ਘੁੰਮ ਕੇ ਆਈਏ। ਉਹ ਕਿਸ਼ਤੀ 'ਤੇ ਬੈਠ ਗਏ ਅਤੇ ਸਾਰੀ ਰਾਤ ਚੱਪੂ ਮਾਰਦੇ ਰਹੇ।
दूसरा कहन लगा किन्नी कुछ दूर आ गए हैं, किते नदी पार तो नहीं कर गए हाँ। कहन लगे वेखिए तो सही, दिन चढ़िया वेख्या वो जिहड़ी किश्ती है नाव है उत्थे बधी हुई है, किते नहीं गई है। यह मनुख की हालत है। मनुख सोचदा मैं बहुत कुछ कर लिया है, बहुत धन कमा लिया है, हुण तो मेरी बहुत प्रभुता हो गई होवेगी, पर जदों देखदा है कुछ भी पल्ले नहीं पिया है। हिटलर वर्गे, इस तरह सिकंदर वर्गे अखीर ते खाली हथ झाड़ के गए सन, पर जिन्हां ने अंदर खेड़ बनी है, कहो नानक बाह लुडाई है, वो बाहां खिलार के जाते हैं। वो कहते हुण सानूं परवाह नहीं कोई, मौत नूं मखौला करदे ओह जिन्हां दे अंदर खेड़ बन जाती है। ऐ दुनी चंद शुभ कर्मां दा फल ऐ मिलिया है, तेरे दर्शन होए है, क्योंकि तू गुरु नानक साहब दे दर्शन करके आया हाँ। हुण मैं मुक्त हो जावांगा, उत्तम गत पाई बिन देरे। बिना किसी गति तो किसी समय तो साध संगत जी विमान आ गए वाहिगुरू दे, विमानां ते चढ़ के उहदी कल्याण होई है, देव जन आ गए। उस दुनी चंद दा बाप जिहड़ा बगियाड़ दी जोन विच पिया सी, अज सचखंड दा निवासी हो गया। अस कह सुरग बिखै चल गयो, इदां कहंदा होया मात लोक तो सचखंड की प्राप्ति कर गया। दुनी चंद सुन अचरज भयो, दुनी चंद बहुत हैरान हो रहा है, सोचदा पिया है कि इन्ने सतगुरु सरबग सन, मैं तो उत्तों वारी कहंदा सी, पर इन्नी कला सी सतगुरां विच, हुण ते हैरान हो रहा है। सोचदा है जांदे सार गुरु दे चरण पकड़ लवांगा, अज बचन करांगा सतगुरां नूं कि सतगुरु मेरे विच सदा ही वस जाओ, मेरी भी कल्याण करो। इदां सोचदा होया हट कर सदन बिखै चल आवा। इदां बड़ियां खुशियां नाल जुड़ी चंद जिहड़ा है ना, वो आपदे घर नूं आ रहा है। श्री नानक बैसे जिह थावा, सतगुरु नानक दे महाराज हले भी उत्थे बैठे है, सारा दृश्य आपदे अंतर आत्मे देखदे पए है। फिर पुछदे कर बंधन उस्तत बहु भाखी। कहन लगे दुनी चंद आ गया है, कहंदा हाँ जी महाराज तुहाडी किरपा नाल बहुत भले कर्म होए आ उत्थे, महाराज बड़ी किरपा वरती है तुहाडी। इदां करके उस्तत करन लगा। अत शरदा मैं भा अभिलाखी, मेरे मन में सच्चे पातशाह बहुत शरदा जागी है, हुण मैं तुहाडी सिੱਖੀ ਦਾ अभिलाखी हो गया हाँ, किरपा करके मैनूं सिੱਖੀ दे दिओ। फिर सतगुरु महाराज जिवें नूं एक कौतक के तौर पर सूई देणगे, फिर इनू कहणगे दुनी चंद है सूई जिहड़ी है परलोक भी तेरे कोलों लवांगे। वो सारी वारता आपां अगे सुणांगे, जिवें दा भरम कटदे है सारी वारता सुणांगे। अगे विचारां करदे हां बेअंत भुल्लां दी खिमा बख्शणी। आप सारी साध संगत का बहुत बहुत धन्यवाद है रोम रोम करके, जो आपदे कीमती समय विचों यह अमोलक समा कढिया है। आओ जी अखीरलियां पंक्तियां पढ़िए, गुरफतेह विच सांझ पाइए। श्री नानक बैसे जिह थावा, कर बंधन उस्तत बहु भाखी, अत शरदा मैं भा अभिलाखी। वाहिगुरू जी का खालसा, वाहिगुरू जी की फतेह।